महला दूजा। सिकंदर बिराहिम की वार की धुनी गाउणी। सिकंदर ते बिराहिम दोवें इक्को शरीके विचों सन और अमीर सन दोवें। इब्राहिम विचारी सी ते सिकंदर भला मानस सी। एक वारी इब्राहिम ने एक ब्राह्मण दी सुंदर सज विआही इस्त्री ते बुरी नजर दे नाल वेखना शुरू कीता। तां ब्राह्मण ने सिकंदर दी शरण लई, जिस ते सिकंदर ने इब्राहिम ते हल्ला बोल दिता और उसनूं जंग विच हार दे के फड़ लिया। हरा के अंत नूं अपने कीते होए ते उन्हें पछतावा किया, मुआफी मंगी, तां उसनूं छड्ड दिता गया। इस साके नूं ढाडियां ने वार विच गाविया, जिस दी सुर उत्ते ਇਹ ਗੂਜਰੀ ਦੀ ਵਾਰ ਗਾਉਣ ਲਈ ਹਿਦਾਇਤ ਕੀਤੀ ਹੈ। ਇਸ ਧੁਨੀ ਵਾਲੀ ਵਾਰ ਦੀ ਚਾਲ ਦਾ ਨਮੂਨਾ ਇਹ ਹੈ: ਪਾਪੀ ਖਾਨ ਬਿਰਾਹਿਮ ਪਰ ਚੜਿਆ ਸਿਕੰਦਰ, ਭੇਡ ਦੋਹਾਂ ਦਾ ਮੱਛਿਆ ਵੱਡ ਰਣ ਦੇ ਅੰਦਰ। ਤੇ ਜਦੋਂ ਇਸ ਦੇ ਨਾਲ ਮੇਲ ਕੇ ਗੂਜਰੀ ਕੀ ਵਾਰ ਦੀ ਤੁਕ ਵੇਖੋਗੇ, ਆਪਣਾ ਆਪ ਉਪਾਇਓਨ ਤਦਹੂੰ ਹੋਰ ਨਾ ਕੋਈ। ਤਾਂ ਇਸ ਧੁਨ ਦੇ ਉੱਤੇ ਗੁਰੂ ਪਾਤਸ਼ਾਹ ਜੀ ਨੇ ਇਸ ਵਾਰ ਨੂੰ ਗਾਉਣ ਦੀ ਹਿਦਾਇਤ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲੈਤਾ, ਪਾਲਨ ਔਰ ਸੰਚਾਲਨ ਹੁੰਦਾ ਹੈ। ਸਤ ਦਾ ਮਤਲਬ ਉਹ ਸदैव ਹੈ, ਸਦਾ ਹੈ, ਅਵਿਨਾਸ਼ੀ ਹੈ, ਉਹਦਾ ਕਦੇ ਵਿਨਾਸ਼ ਨਹੀਂ ਹੋਣਾ। ਤੇ ਐਸੀ ਜੋ ਪਰਮ ਸ਼ਕਤੀ, ਪਰਮ ਸੱਤਿਆ ਹੈ, ਜਿਹਦਾ ਸਾਰਾ ਸੰਸਾਰ ਜਿਸਦਾ ਪ੍ਰਤੱਖ ਰੂਪ ਹੈ, ਉਹਦੇ ਨਾਲ ਸਾਡੀ ਜਾਣ ਪਛਾਣ ਕਿਵੇਂ ਬਣਦੀ ਹੈ, ਸਾਂਝ ਕਿਵੇਂ ਬਣਦੀ ਹੈ, ਅਸੀਂ ਉਹਨੂੰ ਕਿਵੇਂ ਜਾਣਦੇ ਹਾਂ, ਉਹਦੇ ਹੁਕਮ ਨੂੰ ਜਾਂ ਸਾਰੇ ਸਿਸਟਮ ਨੂੰ। ਗੁਰਪ੍ਰਸਾਦ, ਗੁਰਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ ਸਦਕਾ, ਗੁਰੂ ਦੀ ਰਹਿਮਤ ਦੇ ਨਾਲ। ਤੇ ਗੁਰੂ ਦੀ ਰਹਿਮਤ ਦਾ ਭਾਵ ਹੈ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਅਸੀਂ ਉਸ ਪ੍ਰਭੂ ਨੂੰ ਜਾਣ ਸਕਦੇ ਹਾਂ, ਉਸ ਦੇ ਨਾਲ ਅਸੀਂ ਅਭੇਦ ਹੋ ਸਕਦੇ ਹਾਂ, ਉਹਦੇ ਗੁਣਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਤੇ ਗੁਣਾਂ ਦੇ ਬੇਸ ਤੇ ਗੁਰੂ ਦੇ ਪਾਸੋਂ ਗੁਣਾਂ ਦੀ ਦਾਤ ਲੈ ਕੇ ਅਸੀਂ ਉਸ ਪ੍ਰਭੂ ਦੇ ਨਾਲ ਆਪਣਾ ਮਿਲਾਪ ਜਿਹੜਾ ਹੈ ਉਹ ਹਾਸਲ ਕਰ ਸਕਦੇ ਹਾਂ। ਸ਼ਲੋਕ ਮਹਿਲਾ ਤੀਜਾ। ਇਹ ਜਗਤ ਮਮਤਾ ਮੁਆ, ਜੀਵਨ ਕੀ ਬਿਦ ਨਾ ਹੈ। ਇਹਨੂੰ ਇਹੋ ਨਹੀਂ ਪੜਨਾ। ਇਹ ਜਗਤ ਮਮਤਾ ਮੁਆ, ਜੀਵਨ ਕੀ ਬਿਦ ਨਾ ਹੈ। ਮਮਤਾ ਦਾ ਮਤਲਬ ਮੇਰਾ, ਕਿ ਇਹ ਚੀਜ਼ ਮੇਰੀ ਹੈ, ਆਪਣਤਵ ਦਾ ਖਿਆਲ। ਮੁਆ ਦਾ ਮਤਲਬ ਆਤਮਕ ਮੌਤੇ, ਮਰ ਗਿਆ। ਜੀਵਨ ਕੀ ਬਿਦ, ਜੀਵਨ ਦਾ ਤਰੀਕਾ। ਤਾਂ ਇਹ ਜਗਤ ਮੈਂ ਮੇਰੀ ਦੇ ਚੱਕਰ ਵਿੱਚ ਆਤਮਕ ਮੌਤੇ ਮਰਿਆ ਹੋਇਆ ਹੈ। ਇਹਨੂੰ ਜੀਵਨ ਦੀ ਜਿਹੜੀ ਹੈ ਸਹੀ ਜਾਂਚ ਨਹੀਂ ਹੈ, ਜੀਵਨ ਦਾ ਢੰਗ ਇਸ ਦਾ ਗਲਤ ਹੈ। ਹੁਣ ਹਕੀਕਤ ਹੈ ਕਿ ਆ ਜੋ ਮੈਂ ਮੇਰੀ ਹੈ, ਈਗੋ ਹੈ, ਮਮਤਾ ਹੈ, ਸਵਾਰਥ ਹੈ, ਜੋ ਸਵਾਰਥ ਦੇ ਅੰਦਰ ਫਸੇ ਹੋਏ ਨੇ, ਉਹ ਲੋਕ ਦੂਜਿਆਂ ਦਾ ਨੁਕਸਾਨ ਕਰਦੇ ਨੇ। ਆਪਾਂ ਇਹ ਬਹੁਤ ਵਾਰ ਵਿਚਾਰ ਕੀਤੀ ਹੈ ਪਹਿਲਾਂ ਕਿ ਸਵਾਰਥੀ ਮਨੁੱਖ ਕਿਸੇ ਦੇ ਨੁਕਸਾਨ ਦੇ ਵਿੱਚੋਂ ਆਪਣਾ ਲਾਹਾ ਭਾਲਦਾ ਹੈ। ਸਵਾਰਥੀ ਮਨੁੱਖ ਕਿਸੇ ਦੀ ਮੌਤ ਵਿੱਚੋਂ ਆਪਣੀ ਜ਼ਿੰਦਗੀ ਲੱਭਦਾ ਹੈ, ਕਿਸੇ ਦੇ ਰੋਣੇ ਕੀਰਨਿਆਂ ਵਿੱਚੋਂ ਆਪਣੇ ਲਈ ਹਾਸੇ ਭਾਲਦਾ ਹੈ, ਔਰ ਕਿਸੇ ਦੇ ਉਜਾੜੇ ਦੇ ਵਿੱਚੋਂ ਆਪਣੀ ਆਬਾਦੀ ਭਾਲਦਾ ਹੈ। ਜਿਸ ਸੰਸਾਰ ਦੇ ਵਿੱਚ ਮਨੁੱਖਾਂ ਦੀ ਬਿਰਤੀ ਐਸੀ ਹੋਵੇ, ਉਹ ਦੁਨੀਆ ਵਿੱਚ ਸੁਖ ਸ਼ਾਂਤੀ ਹੋ ਨਹੀਂ ਸਕਦੀ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਨੁੱਖ ਨੂੰ ਜੀਵਨ ਦਾ ਸਹੀ ਢੰਗ ਨਹੀਂ ਹੈ, ਇਸ ਕਰਕੇ ਉਹ ਮੈਂ ਮੇਰੀ ਸਵਾਰਥ ਆਦਿਕ ਦੇ ਵਿੱਚ ਡੁੱਬ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ। ਲੇਕਿਨ ਸਾਰਾ ਜਗਤ ਐਸਾ ਨਹੀਂ ਹੈ। ਇਸ ਦੁਨੀਆ ਦੇ ਵਿੱਚ ਕੁਝ ਲੋਕ ਐਸੇ ਵੀ ਨੇ ਜੋ ਇਸ ਮੋਹ ਤੋਂ, ਮਮਤਾ ਤੋਂ, ਵਿਕਾਰਾਂ ਤੋਂ ਬਚੇ ਨੇ। ਉਹਨਾਂ ਨੇ ਜੀਵਨ ਦੀ ਉੱਚੀ ਪਦਵੀ ਹਾਸਲ ਕੀਤੀ ਹੈ। ਉਹ ਕੌਣ ਨੇ? ਗੁਰ ਕੈ ਭਾਣੈ ਜੋ ਚੱਲੈ, ਤਾਂ ਜੀਵਨ ਪਦਵੀ ਪਾਹੇ। ਜਿਹੜੇ ਮਨੁੱਖ ਸਤਿਗੁਰ ਦੇ ਦੱਸੇ ਰਾਹ ਤੇ ਤੁਰਦੇ ਨੇ, ਉਹ ਜੀਵਨ ਦੀ ਜੁਗਤ ਸਿੱਖ ਲੈਂਦੇ ਨੇ ਔਰ ਉਹ ਜੀਵਨ ਦੀ ਉੱਚੀ ਪਦਵੀ ਪਾ ਲੈਂਦੇ ਨੇ। ਉਹਨਾਂ ਦੇ ਅੰਦਰ ਇਨਸਾਨੀਅਤ ਪੈਦਾ ਹੋ ਜਾਂਦੀ ਹੈ। ਉਹ ਆਤਮਿਕ ਜ਼ਿੰਦਗੀ ਜੀਂਦੇ ਨੇ। ਉਹਨਾਂ ਦੇ ਜੀਵਨ ਵਿੱਚ ਖੁਸ਼ੀ
ਖੁਸ਼ੀਆਂ, ਖੇੜੇ, ਆਨੰਦ, ਪ੍ਰਸੰਨਤਾ, ਵਿਗਾਸਤਾ ਆਦਿਕ ਹੁੰਦੀ ਹੈ। ਕੌਣ? ਜੋ ਗੁਰੂ ਦੇ ਭਾਣੇ ਵਿੱਚ ਤੁਰਦੇ ਨੇ, ਆਗਿਆ ਵਿੱਚ ਤੁਰਦੇ ਨੇ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਜੇ ਕੋਈ ਆਤਮਿਕ ਮੌਤ ਤੇ ਮਰ ਰਿਹਾ ਹੈ, ਜੇ ਉਹ ਬਚਣਾ ਚਾਹੁੰਦਾ ਹੈ, ਆਤਮਿਕ ਜ਼ਿੰਦਗੀ ਜੀਣਾ ਚਾਹੁੰਦਾ ਹੈ, ਤਾਂ ਉਸਨੂੰ ਆਪਣੇ ਮਨ ਦੀ ਮੱਤ ਦਾ ਰਾਸਤਾ ਛੱਡ ਕੇ ਗੁਰੂ ਦੀ ਮੱਤ ਦਾ ਰਾਸਤਾ ਅਪਣਾਉਣਾ ਚਾਹੀਦਾ ਹੈ। ਜੋ ਗੁਰੂ ਜੀ ਸਾਨੂੰ ਵੇ ਆਫ ਲਾਈਫ ਦੱਸ ਰਹੇ ਨੇ, ਇਸ ਵੇ ਆਫ ਲਾਈਫ ਨੂੰ ਅਪਣਾ ਕੇ ਅਸੀਂ ਜੀਵਨ ਦਾ ਮਹਾਨ ਵੱਡਾ ਮਰਾਤਬਾ ਪਾ ਸਕਦੇ ਹਾਂ, ਉੱਚੀ ਪਦਵੀ ਪਾ ਸਕਦੇ ਹਾਂ। ਸਾਡੇ ਅੰਦਰ ਵੀ ਇਨਸਾਨੀਅਤ, ਆਨੰਦ, ਖੇੜਾ, ਪ੍ਰਸੰਨਤਾ ਪੈਦਾ ਹੋ ਸਕਦੀ ਹੈ। ਓਏ ਸਦਾ ਸਦਾ ਜਨ ਜੀਵ ਤੇ ਜੋ ਹਰ ਚਰਣੀ ਚਿਤ ਲਾਹੇ। ਇੱਥੇ ਬਿੰਦੀ ਲਗਾ ਕੇ ਪੜਾਂਗੇ ਲਾਹੇ। ਲਾਹੇ ਦਾ ਮਤਲਬ ਲਾਉਂਦੇ ਨੇ। ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਚਿੱਤ ਜੋੜਦੇ ਨੇ, ਉਹ ਸਮਝੋ ਅਸਲੀ ਜੀਵਨ ਜਿਉਂਦੇ ਨੇ। ਸਦਾ ਸਦਾ ਜਨ ਜੀਵ ਤੇ ਉਹ ਸਦਾ ਜਿਉਂਦੇ ਨੇ, ਯਾਨੀ ਅਸਲੀ ਜ਼ਿੰਦਗੀ ਉਹ ਜੀ ਰਹੇ ਨੇ। ਕੌਣ? ਜਿਨ੍ਹਾਂ ਨੇ ਹਰੀ ਚਰਨਾਂ ਦੇ ਨਾਲ ਆਪਣਾ ਚਿੱਤ ਜੋੜਿਆ ਹੈ, ਭਾਵ ਜਿਨ੍ਹਾਂ ਨੇ ਰੱਬੀ ਗੁਣਾਂ ਦੇ ਨਾਲ ਆਪਣਾ ਮਨ ਜੋੜਿਆ, ਜੋ ਰੱਬੀ ਰਜ਼ਾ ਭਾਣੇ ਮੁਤਾਬਕ ਜ਼ਿੰਦਗੀ ਜੀ ਰਹੇ ਹਨ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਇਆ ਹੈ, ਇੰਪਲੀਮੈਂਟ ਕੀਤਾ ਹੈ ਗੁਣਾਂ ਨੂੰ, ਅਸਲੀ ਜ਼ਿੰਦਗੀ ਉਹ ਜੀ ਰਹੇ ਨੇ ਔਰ ਉਹ ਹਮੇਸ਼ਾ ਹੀ ਆਤਮਿਕ ਜ਼ਿੰਦਗੀ ਜੀਂਦੇ ਨੇ। ਪਿਛਲੇ ਸਮਿਆਂ ਵਿੱਚ ਵੀ ਐਸੇ ਲੋਕ ਆਤਮਿਕ ਜੀਵਨ ਜੀਂਦੇ ਰਹੇ ਹਨ, ਅੱਜ ਵੀ ਐਸੇ ਲੋਕ ਆਤਮਿਕ ਜ਼ਿੰਦਗੀ ਜੀ ਰਹੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਐਸੇ ਲੋਕ ਆਤਮਿਕ ਜ਼ਿੰਦਗੀ ਜੀਂਦੇ ਰਹਿਣਗੇ। ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿਜ ਸਮਾਹੇ। ਗੁਰਮੁਖ ਦਾ ਮਤਲਬ ਹੈ ਗੁਰੂ ਦੇ ਦੱਸੇ ਰਾਹ ਤੇ ਤੁਰਨ ਦੇ ਨਾਲ। ਸਹਿਜ ਦਾ ਮਤਲਬ ਆਤਮਿਕ ਅਡੋਲਤਾ। ਸਮਾਹੇ ਦਾ ਮਤਲਬ ਸਮਾ ਜਾਂਦੇ ਨੇ, ਤੇ ਨਦਰੀ ਦਾ ਮਤਲਬ ਮਿਹਰ ਕਰਨ ਵਾਲਾ ਜੋ ਪ੍ਰਭੂ ਹੈ। ਨਾਨਕ ਨਦਰੀ ਮਨ ਵਸੈ। ਨਦਰੀ ਮਨ ਵਸੈ ਦਾ ਮਤਲਬ ਮਿਹਰ ਕਰਨ ਵਾਲਾ ਪ੍ਰਭੂ ਮਨ ਵਿੱਚ ਵਸ ਜਾਂਦਾ ਹੈ। ਕੌਣ? ਕਿਵੇਂ? ਗੁਰਮੁਖ ਸਹਿਜ ਸਮਾਹੇ। ਜਿਹੜੇ ਇਨਸਾਨ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸਹਿਜ ਵਿੱਚ ਸਮਾ ਜਾਂਦੇ ਨੇ, ਉਹਨਾਂ ਦੇ ਹਿਰਦੇ ਵਿੱਚ ਰੱਬ ਵਸ ਜਾਂਦਾ, ਉਹ ਰੱਬ ਦਾ ਰੂਪ ਹੋ ਜਾਂਦੇ ਨੇ। ਤਾਂ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਸਹਿਜ ਵਿੱਚ ਸਮਾਣਾ ਕੀ ਹੈ? ਯਾਨੀ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਮਨ ਵਿੱਚ ਵੀ ਸੱਚ, ਬੋਲਾਂ ਵਿੱਚ ਵੀ ਸੱਚ, ਵਿਹਾਰ ਵਿੱਚ ਵੀ ਸੱਚ, ਯਾਨੀ ਅੰਦਰੋਂ ਬਾਹਰੋਂ ਇੱਕ ਉਹਨਾਂ ਦੀ ਭਾਵਨਾ ਸੱਚੀ ਹੁੰਦੀ ਹੈ। ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਜੋ ਆਤਮਿਕ ਅਡੋਲਤਾ ਵਿੱਚ ਟਿਕਦੇ ਨੇ, ਉਹਨਾਂ ਇਨਸਾਨਾਂ ਦੇ ਮਨ ਦੇ ਅੰਦਰ ਪ੍ਰਭੂ ਆਪ ਆਵਸਥਾ ਹੈ, ਉਹਨਾਂ ਦੇ ਅੰਦਰ ਹਮੇਸ਼ਾ ਰੱਬੀ ਗੁਣ ਟਿਕੇ ਰਹਿੰਦੇ ਨੇ। ਮਹਿਲਾ ਤੀਜਾ, ਅੰਦਰ ਸਹਿਸਾ ਦੁੱਖ ਹੈ, ਆਪੇ ਸਿਰ ਧੰਧੇ ਮਾਰ। ਸੰਸਾ ਦਾ ਮਤਲਬ ਭਰਮ, ਅਗਿਆਨ, ਤੌਖਲਾ। ਆਪੇ ਦਾ ਮਤਲਬ ਆਪ ਹੀ। ਧੰਧੇ ਮਾਰ ਦਾ ਮਤਲਬ ਧੰਦਿਆਂ ਦੀ ਮਾਰ, ਝੰਬੇਲਿਆਂ ਦਾ ਦੁੱਖ। ਹੁਣ ਜੋ ਇਨਸਾਨ ਮਨਮੁਖ ਨੇ, ਆਪ ਸੁਧਰੇ ਨੇ, ਰੱਬੀ ਰਜਾ ਵਿੱਚ ਨਹੀਂ ਚੱਲ ਰਹੇ, ਗੁਰਬਾਣੀ ਅਨੁਸਾਰ ਜ਼ਿੰਦਗੀ ਨਹੀਂ ਹੈ, ਗਿਆਨ ਦੀ ਸਹੀ ਵਰਤੋਂ ਨਹੀਂ ਕਰ ਰਹੇ, ਰੱਬੀ ਰਜਾ ਭਾਣੇ ਵਿੱਚ ਨਹੀਂ ਤੁਰਦੇ, ਤਾਂ ਗੁਰੂ ਜੀ ਕਹਿੰਦੇ ਨੇ ਉਹਨਾਂ ਦੇ ਮਨ ਦੇ ਅੰਦਰ ਤੌਖਲਾ ਔਰ ਕਲੇਸ਼ ਟਿਕਿਆ ਰਹਿੰਦਾ ਹੈ। ਉਹਨਾਂ ਦੇ ਅੰਦਰ ਭਰਮ ਹੈ, ਅਗਿਆਨਤਾ ਹੈ, ਸੰਸਾ ਹੈ, ਤੌਖਲਾ ਹੈ, ਦੁੱਖ ਹੈ, ਕਲੇਸ਼ ਹੈ। ਤੇ ਹੁਣ ਦੇਖੋ, ਇਹ ਜਿਹੜਾ ਦੁੱਖ ਔਰ ਕਲੇਸ਼ ਹੈ ਉਹ ਕਿਵੇਂ ਆ ਗਿਆ? ਆਪੇ ਸਿਰ ਧੰਧੇ ਮਾਰ। ਆਪੇ ਦਾ ਮਤਲਬ ਆਪ ਹੀ, ਸਿਰ ਦਾ ਮਤਲਬ ਸਿਰ ਤੇ, ਆਪਣੇ ਸਿਰ ਤੇ। ਧੰਦੇ ਮਾਰ ਦਾ ਮਤਲਬ ਧੰਦਿਆਂ ਦਾ, ਝਮੇਲਿਆਂ ਦੀ ਮਾਰ, ਖਪਾਣਾ। ਇਹ ਜੋ ਧੰਦਿਆਂ ਦੀ ਮਾਰ, ਇਹਨਾਂ ਦੁੱਖਾਂ ਦੀ, ਉਹ ਆਪ ਹੀ ਆਪਣੇ ਸਿਰ ਦੇ ਉੱਤੇ ਮਾਰਦਾ। ਇਹ ਜਿਹੜੇ ਝਮੇਲੇ ਨੇ, ਆਪ ਹੀ ਆਪਣੇ ਸਿਰ ਦੇ ਉੱਤੇ ਪੰਡ ਚੁੱਕੀ ਫਿਰਦੇ ਨੇ। ਦੁੱਖ, ਕਲੇਸ਼, ਸੰਸੇ, ਇਹ ਉਹਨਾਂ ਨੇ ਆਪ ਹੀ ਇਹਨਾਂ ਦੀ ਮਾਰ ਖਾ ਰਹੇ ਨੇ, ਆਪ ਹੀ ਆਪਣੇ ਆਪ ਨੂੰ ਮਾਰ ਰਹੇ ਨੇ। ਕਿਉਂ? ਕਿ ਅਸੀਂ ਆਪ ਹੀ ਇਹਨਾਂ ਵਿਕਾਰਾਂ ਵਿੱਚ ਫਸੇ ਆ ਨਾ। ਝੂਠ ਬੋਲਦੇ ਆ ਤਾਂ ਅਸੀਂ ਬੋਲ ਰਹੇ ਹਾਂ, ਈਰਖਾ ਕਰ ਰਹੇ ਹਾਂ ਇੱਕ ਦੂਜੇ ਨਾਲ ਤਾਂ ਅਸੀਂ ਕਰ ਰਹੇ ਹਾਂ, ਵਿਕਾਰ ਕਮਾ ਰਹੇ ਹਾਂ ਤੇ ਅਸੀਂ ਕਮਾ ਰਹੇ ਹਾਂ। ਇਹਦਾ ਮਤਲਬ ਅਸੀਂ ਆਪਣੇ ਸਿਰ ਦੇ ਉੱਤੇ ਆਪ ਹੀ ਇਹਨਾਂ ਦੁੱਖਾਂ ਦੀ, ਸੰਸਿਆਂ ਦੀ ਮਾਰ ਖਾਂਦੇ ਰਹਿੰਦੇ ਹਾਂ। ਦੂਜੇ ਭਾਏ ਸੁੱਤੇ, ਕਬਹਿ ਨਾ ਜਾਗਹਿ, ਮਾਇਆ ਮੋਹ ਪਿਆਰ। ਦੂਜੇ ਭਾਏ ਦਾ ਮਤਲਬ ਜਿਨ੍ਹਾਂ ਦੇ ਅੰਦਰ ਦੂਜਾ ਪਿਆਰ ਹੈ, ਰੱਬ ਨੂੰ ਛੱਡ ਕੇ, ਸੱਚ ਨੂੰ ਛੱਡ ਕੇ
ਜਿਨ੍ਹਾਂ ਦੇ ਅੰਦਰ ਵਿਸ਼ੇ ਵਿਕਾਰਾਂ ਦਾ, ਕਰਮ ਕਾਂਡਾਂ ਦਾ ਪਿਆਰ, ਜਿਨ੍ਹਾਂ ਦੇ ਨਾਲ, ਜਿਨ੍ਹਾਂ ਦਾ ਮਾਇਆ ਮੋਹ ਨਾਲ ਪਿਆਰ ਹੈ, ਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ, ਮਾਇਆ ਮੋਹ ਪਿਆਰ, ਮਾਇਆ ਦਾ ਮੋਹ ਪਿਆਰ ਜਿਨ੍ਹਾਂ ਦੇ ਅੰਦਰ ਟਿਕਿਆ ਹੈ। ਹੁਣ ਮਾਇਆ ਕੀ ਹੈ ਤੇ ਚੀਜ਼ ਅਸੀਂ ਸਾਰੇ ਕਲਾਸ ਵਾਲੇ ਸਮਝ ਚੁੱਕੇ ਹਾਂ ਚੰਗੀ ਤਰ੍ਹਾਂ ਕਿ ਮਾਇਆ ਦਾ ਮਤਲਬ ਪੈਸਾ ਨਹੀਂ, ਮਾਇਆ ਦਾ ਮਤਲਬ ਔਰਤ ਨਹੀਂ। ਮਾਇਆ ਇੱਕ ਸੋਚ ਹੈ, ਜੋ ਸੋਚ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਬਿਹੇਵੀਅਰ ਨਹੀਂ ਕਰਨ ਦਿੰਦੀ, ਜੋ ਸੋਚ ਸਾਨੂੰ ਅੰਦਰੋਂ ਬਾਹਰੋਂ ਇੱਕ ਨਹੀਂ ਹੋਣ ਦਿੰਦੀ, ਜੋ ਸੋਚ ਸਾਨੂੰ ਸੈਲਫਿਸ਼ ਬਣਾਉਂਦੀ ਹੈ, ਉਸ ਸੋਚ ਦਾ ਨਾਮ ਮਾਇਆ ਹੈ। ਤੇ ਜਿਨ੍ਹਾਂ ਦਾ ਇਸ ਸੋਚ ਦੇ ਨਾਲ ਮੋਹ ਪਿਆਰ ਬਣਿਆ ਹੋਇਆ ਹੈ, ਇਹੀ ਦੂਜਾ ਭਾਵ ਹੈ। ਉਹ ਸੁੱਤੇ ਨੇ ਇਸ ਭਾਵ ਦੇ ਅੰਦਰ, ਕਦੇ ਨਾ ਜਾਗੇ, ਉਹ ਕਦੇ ਵੀ ਨਹੀਂ ਜਾਗਦੇ। ਗਫਲਤ ਦੀ ਨੀਂਦ ਵਿੱਚ ਸੁੱਤੇ ਨੇ, ਉਹ ਕਦੇ ਵੀ ਨਹੀਂ ਜਾਗਦੇ, ਉਹ ਕਦੇ ਵੀ ਸੱਚ ਦੇ ਨਾਲ ਪਿਆਰ ਨਹੀਂ ਪਾਉਂਦੇ, ਕਦੇ ਉਹਨਾਂ ਦੇ ਅੰਦਰ ਇਨਸਾਨੀਅਤ ਪੈਦਾ ਨਹੀਂ ਹੁੰਦੀ, ਕਦੇ ਉਹਨਾਂ ਦੇ ਅੰਦਰ ਦਇਆ ਪੈਦਾ ਨਹੀਂ ਹੁੰਦੀ। ਉਹ ਇਸ ਮੋਹ ਪਿਆਰ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਿਤਾਈ ਜਾਂਦੇ ਨੇ, ਇਹਦੇ ਵਿੱਚ ਹੀ ਉਹ ਗਲਤਾਨ ਰਹੀ ਜਾਂਦੇ ਨੇ। ਨਾਮ ਨਾ ਚੇਤੈ ਸ਼ਬਦ ਨਾ ਵਿਚਾਰ ਹੈ, ਇਹ ਮਨਮੁਖ ਕਾ ਆਚਾਰ। ਮਨਮੁਖ ਦਾ ਮਤਲਬ ਮਨ ਆਪ ਖੁਦਰਾ ਮਨੁੱਖ, ਜੋ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀਂਦਾ, ਆਪ ਖੁਦਰਾ। ਆਚਾਰ ਦਾ ਮਤਲਬ ਹੈ ਰਹਿਣੀ, ਵਰਤੋਂ, ਵੇ ਆਫ ਲਾਈਫ, ਜੀਵਨ ਦਾ ਢੰਗ। ਮਨਮੁਖ ਕਾ ਆਚਾਰ, ਜੋ ਮਨਮੁਖ ਦੀ ਰਹਿਤ ਬਹਿਤ, ਮਨਮੁਖ ਦੀ ਜੋ ਰਹਿਣੀ ਹੈ, ਮਨਮੁਖ ਦਾ ਜੋ ਜੀਵਨ ਢੰਗ ਹੈ, ਉਹ ਕੀ ਹੈ? ਨਾਮ ਨਾ ਚੇਤੈ ਸ਼ਬਦ ਨਾ ਵਿਚਾਰੈ। ਚੇਤੇ ਦਾ ਮਤਲਬ, ਚੇਤ ਦੇ ਨਾਮ ਦਾ ਮਤਲਬ ਰੱਬੀ ਹੁਕਮ ਨੂੰ ਉਹ ਯਾਦ ਨਹੀਂ ਰੱਖਦੇ, ਉਹਨਾਂ ਦੇ ਚੇਤੇ ਵਿੱਚ ਵੀ ਨਹੀਂ ਰੱਬ ਦਾ ਹੁਕਮ ਕਿ ਮੈਂ ਰੱਬੀ ਹੁਕਮ ਵਿੱਚ ਤੁਰਨਾ। ਸ਼ਬਦ ਨਾ ਵਿਚਾਰੈ, ਤੇ ਨਾ ਹੀ ਉਹ ਗੁਰੂ ਸ਼ਬਦ ਦੀ ਵਿਚਾਰ ਕਰਦੇ ਨੇ, ਗੁਰੂ ਗਿਆਨ ਦੀ ਵਿਚਾਰ ਨਹੀਂ ਕਰਦੇ। ਗੁਰੂ ਗਿਆਨ ਵਿਚਾਰ, ਗੁਰੂ ਦੀ ਵਿਚਾਰ ਮੁਤਾਬਕ ਉਹ ਜ਼ਿੰਦਗੀ ਨਹੀਂ ਜੀਂਦੇ, ਔਰ ਕਦੇ ਵੀ ਉਹ ਰੱਬੀ ਗੁਣਾਂ ਦਾ ਧਿਆਨ ਨਹੀਂ ਕਰਦੇ, ਪ੍ਰਭੂ ਦੀ ਸਿਫਤ ਸਲਾਹ ਨਹੀਂ ਕਰਦੇ। ਇਹ ਮਨਮੁਖ ਦੀ ਰਹਿਤ ਬਹਿਤ ਹੈ, ਰਹਿਣੀ ਬਹਿਣੀ ਹੈ, ਉਹਦੇ ਜੀਵਨ ਦਾ ਢੰਗ ਹੈ। ਨਾ ਉਹਨੇ ਗੁਣਾਂ ਦੇ ਧਾਰਨੀ ਹੋਣਾ ਹੈ, ਨਾ ਉਹਨੇ ਗੁਣਾਂ ਦੀ ਗੱਲ ਕਰਨੀ ਹੈ, ਨਾ ਉਹਨੇ ਗੁਰਬਾਣੀ ਨੂੰ ਵਿਚਾਰਨਾ ਹੈ, ਨਾ ਉਹ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ। ਇਹ ਆਪ ਖੁਦਰੇ ਮਨੁੱਖ ਦੇ ਜੀਵਨ ਦੀਆਂ ਨਿਸ਼ਾਨੀਆਂ। ਹਰ ਨਾਮ ਨਾ ਪਾਇਆ, ਜਨਮ ਬਿਰਥਾ ਗਵਾਇਆ, ਨਾਨਕ ਡੰਮ ਮਾਰ ਕਰੇ ਖੁਆਰ। ਹਰ ਨਾਮ ਨਾ ਪਾਇਆ, ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦਾ ਪ੍ਰਾਪਤੀ ਨਹੀਂ ਕੀਤੀ, ਜਾਣਕਾਰੀ ਹਾਸਲ ਨਹੀਂ ਕੀਤੀ, ਯਾਨੀ ਜੋ ਰੱਬੀ ਹੁਕਮ ਮੁਤਾਬਕ ਜਿਨ੍ਹਾਂ ਨੇ ਜੀਵਨ ਨਹੀਂ ਗੁਜ਼ਾਰਿਆ। ਹਰ ਨਾਮ ਨਾ ਪਾਇਆ, ਰੱਬ ਦਾ ਹੁਕਮ ਪਾਇਆ ਦਾ ਮਤਲਬ ਰੱਬ ਦੇ ਹੁਕਮ ਵਿੱਚ ਨਹੀਂ ਤੁਰੇ। ਜਿਨ੍ਹਾਂ ਨੇ ਪ੍ਰਭੂ ਦੇ ਹੁਕਮ ਅਨੁਸਾਰ ਜੀਵਨ ਨਹੀਂ ਜੀਵਿਆ, ਜਨਮ ਬਿਰਥਾ ਗਵਾਇਆ, ਉਹਨਾਂ ਨੇ ਆਪਣਾ ਜੀਵਨ ਬੇਕਾਰ ਗਵਾ ਲਿਆ, ਵਿਅਰਥ ਗਵਾ ਲਿਆ। ਵਿਅਰਥ ਕਿਵੇਂ ਗਵਾ ਲਿਆ? ਕਿਉਂਕਿ ਜੀਵਨ ਦੇ ਅੰਦਰ ਉਹ ਬਹੁਤ ਕੁਝ ਪ੍ਰਾਪਤ ਕਰ ਸਕਦੇ ਸੀ, ਬਹੁਤ ਕੁਝ ਬਣ ਸਕਦੇ ਸੀ, ਆਪਣਾ ਵੀ ਸਮਾਜ ਦਾ ਵੀ ਭਲਾ ਕਰ ਸਕਦੇ ਸੀ। ਇਹ ਹਰ ਬੰਦੇ ਦੇ ਅੰਦਰ ਪੋਸੀਬਿਲਿਟੀ ਹੈ। ਦੇਖੋ, ਅਸੀਂ ਸੱਚ ਬੋਲ ਸਕਦੇ ਹਾਂ, ਦਇਆ ਕਰ ਸਕਦੇ ਹਾਂ, ਪ੍ਰੇਮ ਨਾਲ ਰਹਿ ਸਕਦੇ ਹਾਂ, ਨਿਰਭੈਤਾ ਨਿਰਵੈਰਤਾ ਵਾਲੇ ਗੁਣਾਂ ਦੇ ਧਾਰਨੀ ਹੋ ਸਕਦੇ ਹਾਂ, ਇਹ ਤਾਂ ਅਸੀਂ ਕਰ ਸਕਦੇ ਹਾਂ ਸਾਰੇ। ਲੇਕਿਨ ਕਰ ਸਕਦੇ ਹਾਂ, ਸਾਡੇ ਅੰਦਰ ਪੋਸੀਬਿਲਿਟੀਜ਼ ਨੇ, ਗੁਣ ਮੌਜੂਦ ਨੇ, ਤੇ ਫਿਰ ਵੀ ਬੰਦਾ ਝੂਠ, ਫਰੇਬ, ਈਰਖਾ, ਦਵੈਸ਼, ਹੰਕਾਰ ਵਿੱਚ ਜ਼ਿੰਦਗੀ ਗੁਜ਼ਾਰੇ ਤਾਂ ਫਿਰ ਵਿਅਰਥ ਹੀ ਹੈ ਨਾ ਜ਼ਿੰਦਗੀ। ਇੱਕ ਆਦਮੀ ਸੁਖੀ ਰਹਿ ਸਕਦਾ ਹੋਵੇ, ਹਰ ਪਲ ਖੁਸ਼ ਰਹਿ ਸਕਦਾ ਹੋਵੇ, ਉਹਦੇ ਵਿੱਚ ਸੰਭਾਵਨਾ ਹੋਵੇ, ਖੁਸ਼ ਰਹਿਣ ਦੀ ਤਾਕਤ ਹੋਵੇ, ਤੇ ਉਹ ਬੰਦਾ ਸਾਰਾ ਦਿਨ ਸੜਿਆ ਫਿਰੇ, ਸਾਰਾ ਦਿਨ ਮੱਥੇ ਤੇ ਤਿਉੜੀਆਂ ਪਾ ਕੇ ਤੁਰਿਆ ਫਿਰੇ, ਸਾਰਾ ਦਿਨ ਲੜਾਈ ਝਗੜੇ ਕਰਦਾ ਫਿਰੇ, ਤਾਂ ਜੀਵਨ ਬੇਕਾਰ ਹੀ ਹੋ ਗਿਆ। ਇਸ ਲਈ ਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਨੇ ਪ੍ਰਭੂ ਦੇ ਹੁਕਮ ਵਿੱਚ ਜ਼ਿੰਦਗੀ ਨਹੀਂ ਗੁਜ਼ਾਰੀ, ਗੁਣਾਂ ਦੇ ਜੋ ਧਾਰਨੀ ਨਹੀਂ ਹੋਏ, ਉਹਨਾਂ ਨੇ ਆਪਣਾ ਜੀਵਨ ਵਿਅਰਥ ਗਵਾ ਲਿਆ। ਨਾਨਕ ਜਮ ਮਾਰ ਕਰੇ ਖੁਆਰ, ਉਹਨਾਂ ਨੂੰ ਜਮ ਮਾਰ ਕੇ ਖੁਆਰ ਕਰਦਾ ਹੈ, ਦੁਖੀ ਕਰਦਾ ਹੈ, ਹਮੇਸ਼ਾ ਉਹ ਮੌਤ ਦੇ ਹੱਥੋਂ ਸਹਿਮੇ ਰਹਿੰਦੇ। ਹੁਣ ਜਮ ਕਿਹੜੇ ਮਾਰ ਰਹੇ ਨੇ? ਜੋ ਮੌਤ ਵੇਲੇ ਆਉਂਦੇ ਨੇ, ਉਹ ਨਹੀਂ, ਉਹਨਾਂ ਦੀ ਗੱਲ ਨਹੀਂ। ਉਹ ਜਮ, ਉਹਨਾਂ ਬਾਰੇ ਆਪਾਂ ਵਿਚਾਰਾਂ ਕਰ ਚੁੱਕੇ ਹਾਂ ਪਹਿਲਾਂ। ਇੱਥੇ ਜਮ ਦਾ ਮਤਲਬ ਹੈ ਆਤਮਿਕ ਮੌਤ, ਕਾਮ, ਕ੍ਰੋਧ, ਲੋਭ ਆਦਿ। ਇਹ ਸਾਰੇ ਜਮ ਨੇ ਜੋ ਰੱਬੀ ਰਜ਼ਾ ਵਿੱਚ ਨਹੀਂ ਤੁਰ ਰਹੇ, ਜੋ ਰੱਬੀ ਗੁਣਾਂ ਦੇ ਧਾਰਨੀ ਨਹੀਂ, ਉਹਨਾਂ ਨੂੰ ਇਹ ਜਮ ਮਾਰ ਰਹੇ ਨੇ ਤੇ ਉਹਨਾਂ ਨੂੰ ਜਮ ਖੁਆਰ ਕਰ ਰਹੇ ਨੇ। ਹੁਣ ਜੇ ਮੈਂ ਸੱਚ ਨਹੀਂ ਬੋਲਾਂਗਾ,
ਝੂਠ ਬੋਲਾਂਗਾ ਮੈਨੂੰ ਝੂਠ ਦੀ ਮਾਰ ਪਵੇਗੀ, ਮੈਂ ਖੁਆਰ ਹੋਵਾਂਗਾ। ਮੇਰੇ ਵਿੱਚ ਨਿਮਰਤਾ ਨਹੀਂ ਹੈ, ਮੈਂ ਹੰਕਾਰ ਵਿੱਚ ਜ਼ਿੰਦਗੀ ਜੀਵਾਂਗਾ, ਹੰਕਾਰ ਦੀ ਮਾਰ ਮੈਨੂੰ ਪੈ ਰਹੀ ਹੈ ਤੇ ਮੈਂ ਹੰਕਾਰ ਦੇ ਵਿੱਚ ਖੁਆਰ ਹੋ ਰਿਹਾ ਹਾਂ। ਹਿੰਦੂ ਤਨ ਖਲ ਬਦ ਕਰ ਮਾਰਿਓ, ਬੜੋ ਨਿਲਾਜ ਅਜਹੂ ਨਹੀਂ ਹਾਰਿਓ। ਕਿ ਇਹਨਾਂ ਵਿਕਾਰਾਂ ਨੇ ਮੈਨੂੰ ਜੀਵਨ ਸਫਰ ਦੇ ਹਰ ਕਦਮ ਤੇ ਬੰਨ ਕੇ ਮਾਰਿਆ ਤੇ ਮੈਂ ਐਸਾ ਨਿਰਲੱਜ ਬੇਸ਼ਰਮ ਹਾਂ, ਹਾਲੇ ਵੀ ਨਹੀਂ ਥੱਕਿਆ। ਹਾਲੇ ਵੀ ਮੈਂ ਇਹ ਸਮਝਦਾ ਕਿ ਸ਼ਾਇਦ ਐਸੀ ਵਿਕਾਰਾਂ ਵਾਲੀ ਜ਼ਿੰਦਗੀ ਚੋਂ ਹੀ ਸੁੱਖ ਉਪਜਾਵੇ। ਤਾਂ ਜਿਨ੍ਹਾਂ ਨੇ ਰੱਬੀ ਗੁਣ ਨਹੀਂ ਗਾਏ, ਜੋ ਰੱਬੀ ਗੁਣਾਂ ਦੇ ਧਾਰਨੀ ਨਹੀਂ ਹੋਏ, ਉਹਨਾਂ ਨੇ ਆਪਣਾ ਜੀਵਨ ਵਿਅਰਥ ਗਵਾ ਲਿਆ। ਉਹਨਾਂ ਨੂੰ ਆਤਮਿਕ ਮੌਤ, ਅਕਾਮ ਕ੍ਰੋਧ ਆਦਿਕ ਜਮ ਮਾਰ ਕੇ ਖੁਆਰ ਕਰਦੇ ਨੇ, ਭਾਵ ਕਿ ਉਹ ਦੁਖੀ ਔਰ ਅਸ਼ਾਂਤ ਰਹਿੰਦੇ ਨੇ। ਪੌੜੀ, ਆਪਣਾ ਆਪ ਉਪਾਇਓ ਤਦੋਂ ਹੋਰ ਨਾ ਕੋਈ। ਆਪਣਾ ਆਪ ਰੱਬ ਦਾ ਆਪਣਾ ਆਪਾ, ਉਪਾਇਓ ਪੈਦਾ ਕੀਤਾ ਉਸਨੇ। ਜਦੋਂ ਪ੍ਰਭੂ ਨੇ ਆਪ ਹੀ ਆਪਣਾ ਆਪ ਪੈਦਾ ਕੀਤਾ, ਤਦੋਂ ਹੋਰ ਨਾ ਕੋਈ, ਉਦੋਂ ਕੋਈ ਹੋਰ ਹੈ ਨਹੀਂ ਸੀ। ਪ੍ਰਭੂ ਆਪੇ ਆਪ ਹੈ ਨਾ, ਸੈਭੰ। ਸੈਭੰ ਦਾ ਮਤਲਬ ਸੁੱਤੇ ਪ੍ਰਕਾਸ਼, ਆਪਣੇ ਆਪ ਤੋਂ ਆਪ। ਰੱਬ ਦਾ ਕੋਈ ਮਾਂ ਬਾਪ ਨਹੀਂ ਹੈ, ਤੇ ਜਿਹਦਾ ਮਾਂ ਬਾਪ ਹੁੰਦਾ ਹੈ ਉਹ ਰੱਬ ਨਹੀਂ ਹੁੰਦਾ। ਇਸ ਲਈ ਸਿੱਖ ਧਰਮ ਵਿੱਚ ਅਵਤਾਰਵਾਦ ਵਾਸਤੇ ਕੋਈ ਥਾਂ ਨਹੀਂ ਹੈ। ਮਾਂ ਬਾਪ ਨੇ ਪੈਦਾ ਨਹੀਂ ਕੀਤਾ ਰੱਬ ਨੂੰ, ਆਪਣੇ ਆਪ ਤੋਂ ਆਪ ਹੈ। ਸਾਇੰਸ ਜਿਹਨੂੰ ਕਹਿੰਦੀ ਕਿ ਐਨਰਜੀ ਸਦਾ ਤੋਂ ਹੈ, ਯਾਨੀ ਇਹ ਐਨਰਜੀ ਨੂੰ ਨਾ ਪੈਦਾ ਕੀਤਾ ਜਾ ਸਕਦਾ ਹੈ, ਨਾ ਖਤਮ ਕੀਤਾ ਜਾ ਸਕਦਾ ਹੈ। ਸਿਰਫ ਇਹਨੂੰ ਅਸੀਂ ਕਨਵਰਟ ਕਰ ਸਕਦੇ ਹਾਂ, ਯਾਨੀ ਯੂਜ਼ ਕਰ ਸਕਦੇ ਹਾਂ ਕਿ ਅਸੀਂ ਕਿਵੇਂ ਯੂਜ਼ ਕਰਨਾ ਹੈ। ਗੁਰੂ ਸਾਹਿਬ ਜੀ ਪ੍ਰਭੂ ਬਾਰੇ ਕਹਿੰਦੇ ਨੇ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਕਿ ਉਹ ਸदैव ਹੈ। ਨਾ ਉਹ ਖਤਮ ਹੁੰਦਾ ਹੈ, ਨਾ ਉਹ ਜੰਮਦਾ ਹੈ, ਨਾ ਉਹ ਮਰਦਾ ਹੈ, ਸदैव ਹੈ। ਅਨੇਕ ਰੂਪ ਖਿਨਮਾਹੇ ਕੁਦਰਤ ਧਾਰਦਾ, ਅਨੇਕਾਂ ਰੂਪ ਨੇ, ਅਨੇਕਾਂ ਰੂਪਾਂ ਰੰਗਾਂ ਦੇ ਵਿੱਚ ਹੈ। ਤਾਂ ਜਦੋਂ ਪ੍ਰਭੂ ਨੇ ਆਪਣਾ ਆਪ ਹੀ ਪੈਦਾ ਕੀਤਾ, ਤਦੋਂ ਹੋਰ ਕੋਈ ਨਹੀਂ ਸੀ। ਮਤਾ ਮਸੂਰਤ ਆਪ ਕਰੇ, ਜੋ ਕਰੇ ਸੋ ਹੋਈ। ਮਤਾ ਮਸੂਰਤ ਦਾ ਮਤਲਬ ਸਲਾਹ ਮਸ਼ਵਰਾ। ਜਦੋਂ ਹੁਣ ਉਹ ਆਪ ਇੱਕ ਹੀ ਹੈ, ਦੂਜਾ ਕੋਈ ਹੈ ਹੀ ਨਹੀਂ, ਤਾਂ ਸਲਾਹ ਮਸ਼ਵਰਾ ਵੀ ਆਪਣੇ ਆਪ ਨਾਲ ਆਪ ਹੀ ਕਰਦਾ ਹੈ, ਤੇ ਜੋ ਕੁਛ ਹੁੰਦਾ ਹੈ ਉਹ, ਜੋ ਕੁਛ ਉਹ ਕਰਦਾ ਹੈ ਉਹ ਹੀ ਹੁੰਦਾ ਹੈ। ਜਦੋਂ ਹੈ ਹੀ ਆਪ, ਇੱਕ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ, ਸਲਾਹ ਤੇ ਦੂਜੇ ਦੀ ਲਈ ਜਾ ਸਕਦੀ ਹੈ ਨਾ। ਹੁਣ ਮੈਂ ਤੁਹਾਡੇ ਤੋਂ ਕੋਈ ਸਲਾਹ ਲੈ ਸਕਦਾ, ਕਿਉਂਕਿ ਤੁਸੀਂ ਦੂਜੇ ਹੋ, ਮੈਂ ਦੂਜਾ ਹਾਂ। ਅਸੀਂ ਇੱਕ ਦੂਜੇ ਤੋਂ ਸਲਾਹ ਲੈ ਸਕਦੇ ਹਾਂ, ਲੇਕਿਨ ਰੱਬ ਦੇ ਮੁਕਾਬਲੇ ਦਾ, ਰੱਬ ਦੇ ਬਰਾਬਰ ਦਾ ਕੋਈ ਹੋਰ ਹੈ ਹੀ ਨਹੀਂ। ਉਹ ਸਲਾਹ ਕਿਹਦੇ ਤੋਂ ਲੈ? ਵਜ਼ੀਰ ਕਿਹਨੂੰ ਰੱਖੇ, ਕਿਹਦੀ ਸਲਾਹ ਲੈ? ਤੇ ਜੇ ਉਹ ਸਲਾਹ ਲੈਣ ਲੱਗ ਜਾਏ, ਜੇ ਵੱਖਰਾ ਹੋਵੇ, ਜਿਵੇਂ ਅਸੀਂ ਮੰਨਦੇ ਆ ਕਿ ਉੱਤੇ ਬੈਠਾ ਹੈ ਕਿਤੇ ਵੱਖਰਾ ਰੱਬ, ਜੇ ਵੱਖਰਾ ਹੋਏ ਤੇ ਸਾਡੀਆਂ ਸਲਾਹਾਂ ਲੈਣ ਲੱਗ ਜਾਏ ਵੀ ਤੁਹਾਡੀ ਸਲਾਹ ਲੈ ਕੇ ਕੰਮ ਕਰਨਾ, ਤਾਂ ਕੀ ਰੱਬ ਦੁਨੀਆ ਚਲਾ ਲਏਗਾ? ਕਿਸੇ ਨੇ ਕਹਿਣਾ ਅੱਜ ਰੱਬਾ ਘੰਟਾ ਸੂਰਜ ਲੇਟ ਕੱਢੀ, ਅੱਜ ਮੈਂ ਰਾਤ ਥੱਕਿਆ ਆਇਆ ਵਾਂ। ਤੇ ਕਿਸੇ ਨੇ ਕਹਿਣਾ ਰੱਬਾ ਅੱਜ ਸ਼ਾਮ ਨੂੰ ਨਾ ਸਾਡੇ ਭੂਆ ਦੇ ਮੁੰਡੇ ਦਾ ਪ੍ਰੋਗਰਾਮ ਹੈ, ਤੇ ਰਾਤ ਦਿਨ ਘੰਟਾ ਪਹਿਲਾਂ ਚੜਾ ਦੇ, ਤੇ ਅੱਜ ਟਾਈਮ ਸ਼ੁਰੂ। ਯਾਨੀ ਚੱਲਣਾ ਹੀ ਨਹੀਂ ਨਾ ਕੰਮ। ਇਸ ਲਈ ਮਤਾ ਮਸੂਰਤ ਆਪ ਕਰੇ, ਜੋ ਕਰੇ ਸੋ ਹੋਈ। ਉਹ ਸਲਾਹ ਮਸ਼ਵਰਾ ਆਪ ਹੀ ਕਰਦਾ ਹੈ, ਜੋ ਕਰਦਾ ਹੈ ਉਹ ਹੀ ਹੁੰਦਾ ਹੈ। ਭਾਵ ਕਿ ਜੋ ਪ੍ਰਭੂ ਦਾ ਸਿਸਟਮ ਹੈ, ਇਹ ਕਿਸੇ ਤੋਂ ਸਲਾਹ ਲੈ ਕੇ ਨਹੀਂ ਬਣਾਇਆ ਗਿਆ, ਔਰ ਨਾ ਹੀ ਇਹ ਕਿਸੇ ਦੀ ਸਲਾਹ ਦੇ ਨਾਲ ਬਦਲਿਆ ਜਾ ਸਕਦਾ ਹੈ। ਜੇ ਕੋਈ ਰੱਬ ਨੂੰ ਸਲਾਹ ਦੇਵੇ ਕਿ ਇੰਜ ਨਹੀਂ ਤੇ ਇੰਜ ਕਰ, ਸਿਸਟਮ ਨੂੰ ਬਦਲਿਆ ਨਹੀਂ ਜਾ ਸਕਦਾ। ਸਿਸਟਮ ਦੇ ਅੰਦਰ ਸਾਰਾ ਕੁਝ ਹੋ ਗਿਆ ਹੈ। ਤਦੋਂ ਆਕਾਸ਼ ਨਾ ਪਾਤਾਲ ਹੈ, ਨਾ ਤ੍ਰੈ ਲੋਈ। ਤ੍ਰੈ ਲੋਈ ਦਾ ਮਤਲਬ ਤਿੰਨ ਲੋਕ। ਤਿੰਨ ਲੋਕ ਕਿਹੜੇ ਨੇ? ਇੱਕ ਤਾਂ ਸਾਡੀ ਦੁਨੀਆ ਧਰਤੀ ਜਿੱਥੇ ਅਸੀਂ ਰਹਿ ਰਹੇ ਹਾਂ, ਇੱਕ ਸਾਡੇ ਤੋਂ ਉੱਤੇ ਜੋ ਸਾਨੂੰ ਉਤਲੇ ਪਾਸੇ ਤਾਰੇ ਖੰਡ ਮੰਡਲ ਬ੍ਰਹਿਮੰਡ ਦਿਸ ਰਹੇ ਨੇ, ਤੇ ਇੱਕ ਇਸ ਧਰਤੀ ਤੋਂ ਥੱਲੇ ਜਦੋਂ ਝਾਤ ਮਾਰੋਗੇ ਪਤਾ ਨਹੀਂ ਕਿੰਨਾ ਕੁਛ ਐਵੇਂ ਹੀ ਆਕਾਸ਼ ਦੇ ਵਿੱਚ ਹੀ ਧਰਤੀ ਉੱਡਦੀ ਫਿਰਦੀ ਤੂਵੇਂ। ਇਹ ਤਿੰਨ ਚੀਜ਼ਾਂ ਸਾਡੇ ਸਹੂਲਤ ਵਾਸਤੇ, ਯਾਨੀ ਪੂਰੀ ਦੁਨੀਆ। ਉਸ ਵੇਲੇ ਨਾ ਕੋਈ ਆਕਾਸ਼ ਸੀ, ਨਾ ਪਤਾਲ ਸੀ, ਨਾ ਹੀ ਇਹ ਤ੍ਰੈਵੇਂ ਲੋਕ ਸਨ। ਭਾਵ ਕੁਛ ਵੀ ਨਹੀਂ ਸੀ। ਇਹ ਕਾਇਨਾਤ, ਇਹ ਸੰਸਾਰ ਹੋਂਦ ਵਿੱਚ ਨਹੀਂ ਸੀ ਆਇਆ। ਤਦੋਂ ਆਪੇ ਆਪ ਨਿਰੰਕਾਰ ਹੈ, ਨਾ ਓਪਤ ਹੋਈ। ਓਪਤ ਦਾ ਮਤਲਬ ਉਤਪत्ति। ਕੋਈ ਉਤਪत्ति ਅਜੇ ਨਹੀਂ ਸੀ ਹੋਈ। ਆਕਾਰ ਰਹਿਤ ਪ੍ਰਭੂ ਆਪ ਹੀ ਆਪ ਸੀ, ਯਾਨੀ ਆਕਾਰ ਨਹੀਂ ਸੀ,
ਨਿਰਾਕਾਰ ਸੀ। ਜੇ ਤੁਸੀਂ ਇਸ ਚੀਜ਼ ਨੂੰ ਸਮਝਣਾ ਹੋਵੇ, ਥੋੜੀ ਆਪਣੀ ਸੁਰਤ ਇਸ ਢੰਗ ਦੇ ਨਾਲ ਲਿਜਾਣ ਦਾ ਯਤਨ ਕਰੋ ਪਿੱਛੇ, ਕਿ ਜਦੋਂ ਇਹ ਧਰਤੀ, ਆਕਾਸ਼, ਖੰਡ, ਮੰਡਲ, ਬ੍ਰਹਿਮੰਡ, ਪੌਣ, ਪਾਣੀ, ਬੈਸੰਤਰ, ਹਵਾ ਵਗੈਰਾ ਕੁਝ ਵੀ ਨਹੀਂ ਹੋਏਗਾ, ਤਾਂ ਉਦੋਂ ਕੀ ਹੋਏਗਾ? ਤਾਂ ਉਦੋਂ ਜੋ ਪਿੱਛੇ ਸੀ ਉਹਨੂੰ ਅਸੀਂ ਰੱਬ ਕਹਿੰਦੇ ਹਾਂ, ਉਹਨੂੰ ਅਸੀਂ ਰੱਬ ਕਹਿੰਦੇ ਹਾਂ। ਔਰ ਉਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਰੰਗ ਨਹੀਂ, ਆਕਾਰ ਨਹੀਂ, ਤੁਹਾਨੂੰ ਕੋਈ ਸਮਝ ਨਹੀਂ ਆਣਾ ਕਿ ਕੀ ਸੀ। ਤਾਂ ਗੁਰੂ ਜੀ ਕਹਿੰਦੇ ਨੇ ਉਦੋਂ ਨਿਰਾਕਾਰ ਸੀ, ਉਤਪਤੀ ਨਹੀਂ ਸੀ ਹੋਈ, ਸਾਕਾਰ ਨਹੀਂ ਸੀ ਹੋਇਆ। ਜਿਉਂ ਤਿਸ ਭਾਵੈ ਤਿਵੇਂ ਕਰੇ, ਤਿਸ ਬਿਨ ਅਵਰ ਨਾ ਕੋਈ। ਗੁਰੂ ਜੀ ਕਹਿੰਦੇ ਨੇ ਜਿਵੇਂ ਉਹਨੂੰ ਭਾਉਂਦਾ ਹੈ ਤਿਵੇਂ ਹੀ ਉਹ ਕਰਦਾ ਹੈ, ਉਹਦੇ ਤੋਂ ਬਿਨਾ ਹੋਰ ਨਹੀਂ ਕੋਈ ਜਿਹੜਾ ਇਸ ਸੰਸਾਰ ਨੂੰ ਚਲਾ ਰਿਹਾ ਹੈ। ਜਿਵੇਂ ਭਾਉਂਦਾ ਦਾ ਮਤਲਬ ਜਿਵੇਂ ਭਾਣਾ ਰਜਾ, ਤੇ ਭਾਣਾ ਰਜਾ ਨੂੰ ਸਿਸਟਮ ਲਗਾ ਕੇ ਸ਼ਬਦ ਸਮਝੋਗੇ ਤੇ ਨਾਲ ਦੇ ਨਾਲ ਸਮਝ ਆ ਜਾਏਗਾ। ਇਹ ਸਾਰਾ ਕੁਝ ਸਿਸਟਮ ਵਿੱਚ ਨਾ, ਜਿਵੇਂ ਇਸ ਸਿਸਟਮ ਦੇ ਵਿੱਚ ਕਾਨੂੰਨ ਨੇ ਕੁਦਰਤੀ, ਉਵੇਂ ਸਾਰਾ ਕੁਝ ਕਰੀ ਜਾ ਰਿਹਾ। ਨਾ ਤੇ ਸਿਸਟਮ ਬੰਦੇ ਨੇ ਬਣਾਇਆ ਤੇ ਨਾ ਬੰਦਾ ਇਹਨੂੰ ਬਦਲ ਸਕਦਾ। ਹਾਂ, ਇਹਦੇ ਵਿੱਚ ਰਹਿ ਕੇ, ਸਿਸਟਮ ਨੂੰ ਸਮਝ ਕੇ, ਰਾਜਾ ਭਾਣੇ ਨੂੰ ਸਮਝ ਕੇ ਬੰਦੇ ਨੇ ਬਹੁਤ ਕੁਝ ਖੋਜਿਆ ਹੈ, ਬਹੁਤ ਕੁਝ ਖੋਜੇਗਾ, ਬਹੁਤ ਕੁਝ ਪ੍ਰਾਪਤੀਆਂ ਕੀਤੀਆਂ ਨੇ, ਬਹੁਤ ਕੁਝ ਪ੍ਰਾਪਤੀਆਂ ਕਰੇਗਾ, ਪਰ ਸਿਸਟਮ ਦੇ ਅੰਦਰ ਬਾਹਰ ਨਹੀਂ। ਸ਼ਲੋਕ ਮਹਿਲਾ ਤੀਜਾ। ਸਾਹਿਬ ਮੇਰਾ ਸਦਾ ਹੈ, ਦਿਸੈ ਸ਼ਬਦ ਕਮਾਏ। ਸਾਹਿਬ ਦਾ ਮਤਲਬ ਮਾਲਕ, ਮੇਰਾ ਰੱਬ ਸਦਾ ਮੌਜੂਦ ਹੈ, ਹਰ ਥਾਂ ਤੇ ਮੌਜੂਦ ਹੈ, ਜਲ ਥਲ ਮਹੀਲ ਪੂਰਿਆ। ਪਰ ਹੁਣ ਸਾਨੂੰ ਦਿਸਦਾ ਕਿਉਂ ਨਹੀਂ? ਜੇ ਸਭ ਥਾਂ ਤੇ ਹੈ ਤਾਂ ਦਿਸਦਾ ਕਿਉਂ ਨਹੀਂ? ਗੁਰੂ ਜੀ ਹੁਣ ਅਗਲੀ ਅੱਧੀ ਪੰਕਤੀ ਵਿੱਚ ਉੱਤਰ ਦੇ ਰਹੇ ਨੇ, ਦਿਸੈ ਸ਼ਬਦ ਕਮਾਏ। ਦਿਸਦਾ ਹੈ, ਸ਼ਬਦ ਕਮਾਇਆ, ਜੇ ਸ਼ਬਦ ਦੀ ਕਮਾਈ ਕੀਤੀ ਜਾਏ। ਸ਼ਬਦ ਦੀ ਕਮਾਈ ਦਾ ਮਤਲਬ ਇਹ ਨਹੀਂ ਕਿ ਇੱਕ ਸ਼ਬਦ ਨੂੰ ਬਾਰ-ਬਾਰ ਰਟਿਆ ਜਾਏ। ਸ਼ਬਦ ਦਾ ਮਤਲਬ ਹੈ ਉਪਦੇਸ਼, ਹੁਕਮ। ਜੇ ਗੁਰੂ ਦੇ ਉਪਦੇਸ਼ ਨੂੰ ਕਮਾਇਆ ਜਾਏ, ਗੁਰੂ ਦੇ ਗਿਆਨ ਨੂੰ ਜੇ ਇੰਪਲੀਮੈਂਟ ਕੀਤਾ ਜਾਏ, ਤਾਂ ਫਿਰ ਦਿਸ ਪੈਂਦਾ ਹੈ। ਹੁਣ ਦੇਖੋ, ਨਜ਼ਰੀਆ ਹੀ ਹੈ ਨਾ। ਮੈਂ ਤੁਹਾਨੂੰ ਆਪਣੇ ਔਰ ਪਰਾਏ ਦੇ ਰੂਪ ਵਿੱਚ ਵੇਖ ਰਿਹਾ, ਇਹ ਮੇਰਾ ਨਜ਼ਰੀਆ ਹੈ। ਪਰ ਜਦੋਂ ਅਸੀਂ ਯੂਨੀਵਰਸਲ ਟਰੁੱਥ ਨੂੰ ਸਾਹਮਣੇ ਰੱਖ ਕੇ ਵੇਖਾਂਗੇ, ਗੁਰੂ ਗਿਆਨ ਮੁਤਾਬਕ ਵੇਖਾਂਗੇ, ਤਾਂ ਫਿਰ ਮੈਨੂੰ ਤੁਸੀਂ ਰੱਬ ਦਾ ਰੂਪ ਨਜ਼ਰੀ ਪੈ ਸਕਦੇ ਹੋ, ਜੋ ਦਿਸੈ ਸੋ ਤੇਰਾ ਰੂਪ। ਜੇਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਹਾਰੇ। ਫਿਰ ਜਦੋਂ ਅਸੀਂ ਗੁਰੂ ਗਿਆਨ ਨੂੰ ਸਮਝਾਂਗੇ ਨਾ, ਫਿਰ ਸਮਝ ਆ ਜਾਏਗੀ ਇਹ ਵਿਸ਼ ਸੰਸਾਰ ਤੁਮ ਦੇਖ ਰਹੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਫਿਰ ਸਮਝ ਪੈ ਜਾਏਗੀ ਕਿ ਜਿਹੜਾ ਵਿਸ਼ਵ ਸੰਸਾਰ ਦਿਸ ਰਿਹਾ ਨਾ, ਇਹ ਹੀ ਰੱਬ ਹੈ। ਰੱਬ ਇਹਦੇ ਤੋਂ ਵੱਖਰਾ ਨਹੀਂ ਹੈ, ਕੁਦਰਤ ਕਰਕੇ ਵਸਿਆ ਸੋਏ। ਸਮਗਰਤਾ ਨੂੰ ਵੇਖੋਗੇ ਫਿਰ ਇਹੀ ਨਜ਼ਰੀ ਪਵੇਗਾ। ਭਗਤ ਕਬੀਰ ਜੀ ਕਹਿੰਦੇ ਨੇ, ਦੋਏ ਦੋਏ ਲੋਚਨ ਪੇਖਾਂ, ਹੋਂ ਹਰ ਬਿਨ ਔਰ ਨਾ ਦੇਖਾਂ। ਹੁਣ ਸਾਡੀ ਪ੍ਰੋਬਲਮ ਇਹ ਹੈ, ਜੋ ਮੈਨੂੰ ਪ੍ਰਤੀਤ ਹੁੰਦੀ ਹੈ, ਕਿ ਅਸੀਂ ਰੱਬ ਸ਼ਬਦ, ਪ੍ਰਭੂ ਸ਼ਬਦ ਤਾਂ ਲੈ ਲਿਆ ਹੈ ਬਾਣੀ ਚੋਂ। ਸ਼ਬਦ ਰੱਬ ਬਾਣੀ ਚੋਂ ਲੈ ਲਿਆ। ਸਾਹਿਬ, ਰੱਬ, ਰਾਮ ਜਾਂ ਇਹ ਸ਼ਬਦ ਬਾਣੀ ਚੋਂ ਲੈ ਲਏ, ਤੇ ਰੱਬ ਦੀ ਵਿਆਖਿਆ ਅਸੀਂ ਦੂਜੇ ਧਰਮਾਂ ਵਾਲੀ ਕਰ ਦਿੱਤੀ। ਪ੍ਰੋਬਲਮ ਇੱਥੇ ਹੈ। ਰੱਬ ਕੁਛ ਲੋਕਾਂ ਨੇ ਮੰਨਿਆ ਹੈ ਕਿ ਉੱਤੇ ਉਹ ਸਵਰਗ ਵਿੱਚ ਬੈਠਾ ਹੈ, ਜੰਨਤ ਵਿੱਚ ਬੈਠਾ ਹੈ। ਕਿਸੇ ਨੇ ਮੰਨਿਆ ਕਿ ਉਹ ਜੰਨਤ ਵਿੱਚ ਬੈਠਾ ਹੈ, ਕਿਸੇ ਨੇ ਮੰਨਿਆ ਸਵਰਗ ਵਿੱਚ ਬੈਠਾ ਹੈ, ਕਿਸੇ ਨੇ ਮੰਨਿਆ ਬੈਕੁੰਠ ਵਿੱਚ ਬੈਠਾ ਹੈ, ਤੇ ਅਸੀਂ ਵੀ ਮੰਨ ਲਿਆ ਕਿ ਉਹ ਸੱਚਖੰਡ ਵਿੱਚ ਬੈਠਾ ਹੈ। ਰੱਬ ਸ਼ਬਦ ਬਾਣੀ ਚੋਂ ਲੈ ਲਿਆ ਤੇ ਵਿਆਖਿਆ ਦੂਜੇ ਧਰਮਾਂ ਵਾਲੀ ਉਤਲੀ ਕਰ ਦਿੱਤੀ। ਇਸ ਕਰਕੇ ਸਾਨੂੰ ਰੱਬ ਦਿਸਦਾ ਨਹੀਂ। ਹੁਣ ਉਹ ਕਿਵੇਂ ਦਿਸੇ, ਜਿਹੜਾ ਹੈ ਹੀ ਨਹੀਂ। ਜੇ ਸ਼ਬਦ ਦੀ ਕਮਾਈ ਕੀਤੀ ਜਾਏ, ਸ਼ਬਦ ਨੂੰ ਜ਼ਿੰਦਗੀ ਵਿੱਚ ਯੂਜ਼ ਕੀਤਾ ਜਾਏ, ਇੰਪਲੀਮੈਂਟ ਕੀਤਾ ਜਾਏ, ਸ਼ਬਦ ਦਾ ਮਤਲਬ ਗੁਰੂ ਦਾ ਉਪਦੇਸ਼, ਗੁਰੂ ਦਾ ਗਿਆਨ, ਜੋ ਗੁਰੂ ਗਿਆਨ ਮੁਤਾਬਕ ਆਪਣਾ ਨਜ਼ਰੀਆ ਬਣਾ ਲੈਂਦਾ ਹੈ ਔਰ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹਨੂੰ ਫਿਰ ਚਾਰ ਚੁਫੇਰੇ ਰੱਬ ਹੀ ਰੱਬ ਦਿਸਦਾ ਹੈ। ਅਗਲਾ ਬਚਨ ਕਰਦੇ ਨੇ, ਉਹ ਹਾਣੀ ਕਦੇ ਨਾ ਹੈ, ਨਾ ਆਵੇ ਨਾ ਜਾਏ। ਉਹ ਹਾਣੀ ਦਾ ਮਤਲਬ ਨਾਸ਼ਮਾਨ, ਜਿਹੜਾ ਕਦੇ ਨਾਸ਼ ਨਹੀਂ ਹੁੰਦਾ। ਉਹ ਹਾਣੀ ਦਾ ਮਤਲਬ ਨਾਸ਼ਮਾਨ, ਉਹ ਕਦੇ ਵੀ ਨਾਸ ਹੋਣ ਵਾਲਾ ਨਹੀਂ ਹੈ। ਜਿਵੇਂ ਹੁਣ ਅਸੀਂ ਹਾਂ, ਮੈਂ ਹੁਣ ਕੁਝ ਸਮਾਂ ਪਹਿਲੋਂ ਨਹੀਂ ਸਾਂ, 1958 ਤੋਂ ਪਹਿਲੋਂ ਮੈਂ ਨਹੀਂ ਸਾਂ, ਹੁਣ ਮੈਂ ਹਾਂ।
ਲੇਕਿਨ ਜਿਸ ਦਿਨ ਮੇਰੀ ਮੌਤ ਹੋਗੀ ਮੈਂ ਫਿਰ ਨਹੀਂ ਰਹਿਣਾ। ਅਸੀਂ ਕਦੇ ਨਹੀਂ ਸਾਂ, ਹੁਣ ਅਸੀਂ ਹਾਂ, ਫਿਰ ਸਮਾਂ ਆਏਗਾ ਅਸੀਂ ਫਿਰ ਨਹੀਂ ਹੋ ਜਾਵਾਂਗੇ। ਪਰ ਰੱਬ ਐਵੇਂ ਨਹੀਂ ਵੀ ਕਦੇ ਉਹ ਨਹੀਂ ਸੀ ਹੁਣ ਉਹ ਹੈ ਤੇ ਫਿਰ ਉਹ ਨਹੀਂ ਹੋ ਜਾਏਗਾ। ਉਹ ਐਵੇਂ ਨਹੀਂ, ਉਹ ਸਦਾ ਹੀ ਹੈ, ਨਾਸ਼ ਹੋਣ ਵਾਲਾ ਨਹੀਂ ਹੈ, ਹਮੇਸ਼ਾ ਹੈ। ਨਾ ਆਵੇ ਨਾ ਜਾਏ, ਨਾ ਉਹ ਆਉਂਦਾ ਹੈ ਨਾ ਉਹ ਜਾਂਦਾ ਹੈ, ਨਾ ਜੰਮਦਾ ਹੈ ਨਾ ਮਰਦਾ ਹੈ। ਜੰਮਣ ਮਰਨ ਵਿੱਚ ਨਹੀਂ ਹੈ, ਆਉਣ ਜਾਣ ਵਿੱਚ ਨਹੀਂ ਹੈ। ਤੇ ਅਸੀਂ ਕੌਣ ਹਾਂ? ਮਨ ਤੂੰ ਜੋਤ ਸਰੂਪ ਹੈ, ਅਸੀਂ ਵੀ ਜੋਤ ਸਰੂਪ ਹਾਂ, ਤਾਂ ਅਸੀਂ ਵੀ ਉਹਦਾ ਹੀ ਰੂਪ ਹਾਂ। ਨਾ ਆਵੇ ਨਾ ਜਾਏ, ਨਾ ਆਉਂਦਾ ਨਾ ਜਾਂਦਾ ਹੈ, ਤੇ ਸਾਰਾ ਕੁਛ ਰੀਸਾਈਕਲਿੰਗ ਹੋਈ ਜਾਂਦਾ ਹੈ। ਪ੍ਰਭੂ ਸਰਵ ਵਿਆਪਕ ਹੈ, ਨਾਸ਼ ਨਾ ਹੋਣ ਵਾਲਾ ਹੈ, ਨਾ ਆਉਂਦਾ ਹੈ ਨਾ ਜਾਂਦਾ ਹੈ, ਉਹ ਸਰਬ ਵਿਆਪਕ ਹੈ। ਕਿਉਂਕਿ ਜੇ ਤੇ ਇੱਕ ਹੋਏ, ਹੁਣ ਮੈਂ ਇੱਥੇ ਗੁਰਦੁਆਰੇ ਸਾਹਿਬ ਆ ਗਿਆ ਤਾਂ ਮੈਂ ਘਰ ਨਹੀਂ ਹਾਂ, ਘਰ ਚਲਾ ਜਾਵਾਂਗਾ, ਗੁਰਦੁਆਰੇ ਸਾਹਿਬ ਨਹੀਂ ਰਵਾਂਗਾ। ਰੱਬ ਆਵੇ ਜਾਵੇ ਤਾਂ ਜੇ ਉਹ ਕਿਤੇ ਬੰਦਾ ਹੋਏ, ਸਰਬ ਵਿਆਪਕ ਪਰਮ ਸੱਤਿਆ ਹੈ। ਇਸ ਲਈ ਸਦਾ ਸਦਾ ਸੋ ਸੇਵੀਐ, ਜੋ ਸਭ ਮਹਿ ਰਹਿ ਸਮਾਏ। ਸੇਵੀਏ ਦਾ ਮਤਲਬ ਸਾਨੂੰ ਸੇਵਣਾ ਚਾਹੀਦਾ ਹੈ, ਯਾਦ ਰੱਖਣਾ ਚਾਹੀਦਾ ਹੈ। ਰਜਾ ਵਿੱਚ ਜੋ ਮੌਜੂਦ ਹੈ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਜੋ ਸਭ ਵਿੱਚ ਮੌਜੂਦ ਹੈ, ਸਭ ਵਿੱਚ ਮੌਜੂਦ ਹੈ। ਜੋ ਸਭ ਮੈਂ ਰਹਿ ਸਮਾਏ, ਜੋ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਸਦਾ ਸਦਾ ਸੋ ਸੇਵੀਐ, ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਉਹ ਸਾਰਿਆਂ ਦੇ ਵਿੱਚ ਹੈ। ਬਸ ਬੰਦੇ ਨੂੰ ਇਹ ਗੱਲ ਭੁੱਲ ਜਾਂਦੀ ਹੈ। ਦਿਮਾਗੀ ਤੌਰ ਤੇ ਯਾਦ ਹੈ ਸਾਨੂੰ, ਪਰ ਸਾਡੀ ਮਾਨਸਿਕਤਾ ਵਿੱਚ ਨਹੀਂ ਹੈ, ਸੋਚ ਵਿੱਚ ਨਹੀਂ ਹੈ, ਬਿਹੇਵੀਅਰ ਵਿੱਚ ਨਹੀਂ। ਜੇ ਗੱਲ ਬੰਦੇ ਨੂੰ ਇਹ ਯਾਦ ਹੋਏ ਕਿ ਰੱਬ ਸਾਰਿਆਂ ਦੇ ਵਿੱਚ ਹਰ ਸਮੇਂ ਸਮਾਇਆ ਹੋਇਆ ਹੈ, ਤਾਂ ਦੇਖੋ ਕੋਈ ਰੱਬ ਨੂੰ ਗਾਲਾਂ ਨਹੀਂ ਕੱਢੇਗਾ, ਕੋਈ ਰੱਬ ਦੀ ਮਾਰ ਕੁਟਾਈ ਨਹੀਂ ਕਰੇਗਾ, ਕੋਈ ਰੱਬ ਦੀ ਚੋਰੀ ਨਹੀਂ ਕਰੇਗਾ, ਕੋਈ ਰੱਬ ਨੂੰ ਸੱਟ ਫੇਟ ਨਹੀਂ ਲਾਏਗਾ, ਕੋਈ ਰੱਬ ਨੂੰ ਮਤਲਬ ਦੁਰਬਚਨ ਨਹੀਂ ਬੋਲੇਗਾ, ਬੇਇੱਜ਼ਤੀ ਨਹੀਂ ਕਰੇਗਾ। ਰੱਬ ਦਾ ਤੇ ਮਾਣ ਆਦਰ ਹੀ ਕਰੋਗੇ ਨਾ, ਸਤਿਕਾਰ ਕਰੋਗੇ, ਪਿਆਰ ਕਰੋਗੇ, ਚੋਰੀ ਥੋੜੇ ਕਰੋਗੇ। ਤੇ ਜੇ ਇਹ ਗੱਲ ਸਾਨੂੰ ਸਾਰਿਆਂ ਨੂੰ ਯਾਦ ਰਹੇ ਕਿ ਸਾਡੇ ਸਾਰਿਆਂ ਦੇ ਵਿੱਚ ਰੱਬ ਹੈ, ਤਾਂ ਫਿਰ ਇੱਕ ਦੂਜੇ ਦੀਆਂ ਚੁਗਲੀਆਂ ਕਿਵੇਂ ਕਰੋਗੇ, ਲੜੋਗੇ ਕਿਵੇਂ, ਚੋਰੀ ਕਿਵੇਂ ਕਰੋਗੇ, ਕਿਸੇ ਦੀ ਹੱਤਿਆ ਕਿਵੇਂ ਕਰੋਗੇ? ਫਿਰ ਤੇ ਰੱਬ ਜਿੰਨਾ ਪਿਆਰ ਸਤਿਕਾਰ ਹੋਏਗਾ ਨਾ ਇੱਕ ਦੂਜੇ ਦਾ। ਗੁਰੂ ਜੀ ਕਹਿੰਦੇ ਨੇ ਇਹ ਚੀਜ਼ ਯਾਦ ਰੱਖੋ, ਸਦਾ ਸਦਾ ਸੋ ਸੇਵੀਐ, ਜੋ ਸਮੇਂ ਰਹਿ ਸਮਾਏ, ਜੋ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ। ਦੇਖੋ ਜੇ ਸਾਰੀ ਦੁਨੀਆ ਦੇ ਲੋਕ ਇਸ ਚੀਜ਼ ਨੂੰ ਮੰਨ ਲੈਣ, ਅਮਲ ਕਰ ਲੈਣ, ਤਾਂ ਜ਼ਿੰਦਗੀ ਕਿੰਨੀ ਸੌਖੀ ਹੋ ਸਕਦੀ। ਔਰ ਇਸ ਚੀਜ਼ ਨੂੰ ਲਾਗੂ ਕਰਨ ਲਈ ਜੇ ਫਿਲਹਾਲ ਜੋ ਅਸੀਂ ਖਾਸ ਕਰ ਸਿੱਖ ਵੀਰਾਂ ਜੋ ਬਾਣੀ ਰੋਜ਼ ਪੜ੍ਹਦੇ ਸੁਣਦੇ ਹਾਂ, ਜੇ ਅਸੀਂ ਇਹ ਚੀਜ਼ਾਂ ਆਪਣੇ ਪਰਿਵਾਰਾਂ ਦੇ ਵਿੱਚ ਲਾਗੂ ਕਰੀਏ, ਇੱਥੋਂ ਸ਼ੁਰੂਆਤ ਕਰੀਏ ਅਸੀਂ, ਤਾਂ ਸਾਡੇ ਪਰਿਵਾਰ ਕਿੰਨੇ ਖੁਸ਼ਹਾਲ ਸੁਹਾਵਣੇ ਹੋ ਸਕਦੇ ਨੇ। ਔਰ ਇਹ ਪੋਸੀਬਿਲਿਟੀ ਤਾਂ ਮੌਜੂਦ ਹੈ। ਥੋੜਾ ਟਾਈਮ ਲੱਗੇਗਾ, 2 4 5 ਦਿਨ 10 ਦਿਨ 20 ਦਿਨ, ਥੋੜਾ ਟਾਈਮ ਲੱਗ ਜਾਏਗਾ, ਲੇਕਿਨ ਆਦਤਾਂ ਸਾਡੀਆਂ ਬਦਲ ਜਾਣਗੀਆਂ, ਆਦਤਾਂ ਐਸੀਆਂ ਬਣ ਜਾਣਗੀਆਂ, ਚੀਜ਼ਾਂ ਸਾਡੇ ਵਿਹਾਰ ਵਿੱਚ ਆ ਜਾਣਗੀਆਂ। ਜਿਵੇਂ ਕ੍ਰੋਧ ਆ ਗਿਆ, ਲੋਭ ਆ ਗਿਆ, ਉੱਚਾ ਅਸੀਂ ਬੋਲ ਲੈਣਾ, ਚੀਜ਼ਾਂ ਸਿੱਖ ਲਈਆਂ ਨਾ ਸਾਂ, ਤਾਂ ਐਵੇਂ ਹੌਲਾ ਬੋਲਣਾ ਵੀ ਸਿੱਖ ਜਾਵਾਂਗੇ, ਟੋਨ ਨੀਵੀਂ ਹੋ ਜਾਏਗੀ। ਜਿਵੇਂ ਮੱਥੇ ਤੇ ਤੂੜੀਆਂ ਪਾਣੀਆਂ ਸਿੱਖੀਆਂ ਨੇ, ਐਵੇਂ ਮੁਸਕਰਾਉਣਾ ਵੀ ਸਿੱਖ ਜਾਵਾਂਗੇ। ਜਿਵੇਂ ਅਸੀਂ ਇੱਕ ਦੂਜੇ ਨਾਲ ਲੜਦੇ ਹਾਂ ਤਾਂ ਪਿਆਰ ਨਾਲ ਰਹਿਣਾ ਵੀ ਸਿੱਖ ਜਾਵਾਂਗੇ। ਥੋੜੀ ਜਿਹੀ ਪ੍ਰੈਕਟਿਸ ਕਰਨ ਦੀ ਲੋੜ ਹੈ ਨਾ। ਸਦਾ ਸਦਾ ਸੋ ਸੇਵੀਐ ਚੀਜ਼ ਯਾਦ ਰੱਖਣ ਵਾਲੀ ਹੈ। ਸਦਾ ਸਦਾ ਸੋ ਸੇਵੀਐ, ਜੋ ਸਭ ਮੈਂ ਰਹਿ ਸਮਾਏ। ਅਵਰ ਦੂਜਾ ਕਿਉਂ ਸੇਵੀਐ, ਜੰਮੈ ਤੈ ਮਰ ਜਾਏ। ਉਸ ਦੂਜੇ ਦੀ ਭਗਤੀ ਕਿਉਂ ਕਰੀਏ ਜਿਹੜਾ ਜੰਮਦਾ ਹੈ ਤੇ ਮਰ ਜਾਂਦਾ, ਜਿਹੜਾ ਜੰਮਦਾ ਹੈ ਤੇ ਮਰ ਜਾਂਦਾ ਹੈ, ਉਹਦੀ ਸੇਵਾ ਕਰਨ ਦਾ ਕੀ ਲਾਭ? ਹੁਣ ਇੱਥੇ ਜੰਮਦਾ ਤੇ ਮਰਦਾ ਕੌਣ ਹੈ? ਜਿਹੜੇ ਅਵਤਾਰ ਨੇ, ਅਸੀਂ ਅਵਤਾਰਾਂ ਨੂੰ ਰੱਬ ਬਣਾਈ ਬੈਠੇ ਹਾਂ, ਬਾਬਿਆਂ ਨੂੰ ਰੱਬ ਬਣਾਈ ਬੈਠੇ ਹਾਂ, ਤਾਂ ਕੀ ਲੋੜ ਹੈ ਉਹਨਾਂ ਨੂੰ ਜਿਨ੍ਹਾਂ ਨੇ ਜੰਮਣਾ ਹੈ ਤੇ ਮਰ ਜਾਣਾ ਹੈ? ਉਹਨਾਂ ਦੇ ਹੁਕਮ, ਉਹਨਾਂ ਦੇ ਰਜਾ ਭਾਣੇ ਵਿੱਚ ਤੁਰਨ ਦੀ ਕੀ ਲੋੜ ਹੈ? ਹਮੇਸ਼ਾ ਇਹ ਯਾਦ ਰੱਖੋ ਕਿ ਹਰ ਇੱਕ ਦੇ ਅੰਦਰ ਇੱਕੋ ਹੀ ਵਸ ਰਿਹਾ ਹੈ ਤੇ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰੋ। ਉਹਨਾਂ ਨੂੰ ਕੀ ਲੋੜ ਹੈ ਮੰਨਣ ਦੀ ਕਿ ਜਿਹੜਾ ਰੱਬ ਜੰਮਿਆ ਤੇ ਫਿਰ ਮਰ ਗਿਆ? ਇਸ ਲਈ ਸਾਰਿਆਂ ਦੇ ਅੰਦਰ ਉਹ ਸਮਾਇਆ ਹੋਇਆ ਹੈ, ਹਰ ਵਕਤ ਹੈ। ਜਨਮ ਮਰਨ ਵਿੱਚ ਜਿਹੜਾ ਜੰਮਦਾ ਔਰ ਮਰਦਾ ਹੈ ਉਹ ਰੱਬ ਨਹੀਂ ਹੈ। ਰੱਬ ਤੇ ਉਹ ਜੋ ਹਮੇਸ਼ਾ ਹੈ, ਸदैव ਹੈ। ਰੱਬ ਮਰਦਾ ਥੋੜਾ, ਰੱਬ ਜੰਮਦਾ ਥੋੜਾ। ਇਸ ਲਈ ਜੋ ਸਦਾ ਹੈ, ਸदैव ਸਾਰਿਆਂ ਦੇ ਵਿੱਚ ਸਮਾਇਆ ਹੈ, ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖੋ।
ਤੇ ਉਹਦੇ ਰਜ਼ਾ ਭਾਣੇ, ਉਹਦੇ ਨਿਯਮਾਂ ਦੇ ਅੰਦਰ ਜ਼ਿੰਦਗੀ ਜੀਵੋ। ਨਿਹਫਲ ਤਿਨਕਾ ਜੀਵਿਆ, ਜੇ ਖਸਮ ਨਾ ਜਾਣ ਹੈ ਆਪਣਾ, ਅਵਰੀ ਕੋ ਚਿਤ ਲਾਏ। ਖਸਮ ਦਾ ਮਤਲਬ ਮਾਲਕ, ਨਿਹਫਲ ਦਾ ਮਤਲਬ ਵਿਅਰਥ, ਚਿਤ ਲਾਏ ਦਾ ਮਤਲਬ ਚਿਤ ਲਾਣਾ। ਉਹਨਾਂ ਬੰਦਿਆਂ ਦਾ ਜਿਉਣਾ ਵਿਅਰਥ ਹੈ ਜੋ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੇ ਵਿੱਚ ਆਪਣਾ ਚਿੱਤ ਲਾਉਂਦੇ ਨੇ। ਰੱਬ ਨੂੰ ਛੱਡ ਦਿੱਤਾ ਹੈ ਤੇ ਕਿਤੇ ਹੋਰ ਆਪਣਾ ਚਿੱਤ ਲਾਈ ਬੈਠੇ ਨੇ, ਉਹਨਾਂ ਦਾ ਜਿਉਣਾ ਵਿਅਰਥ ਹੈ, ਬੇਕਾਰ ਹੈ ਜ਼ਿੰਦਗੀ ਉਹਨਾਂ ਦੀ। ਜਿਵੇਂ ਅਸੀਂ ਜੇ ਦੁਨਿਆਵੀ ਮਿਸਾਲ ਲਈਏ ਤਾਂ ਪਤੀ ਔਰ ਪਤਨੀ ਨੇ, ਜੇ ਦੋਵੇਂ ਉੱਚੇ ਆਚਰਨ ਵਾਲੇ ਨੇ, ਇੱਕ ਦੂਜੇ ਨਾਲ ਇਮਾਨਦਾਰੀ ਦੇ ਨਾਲ ਜ਼ਿੰਦਗੀ ਜੀ ਰਹੇ, ਆਪਣੇ ਫਰਜ਼ਾਂ ਨੂੰ ਨਿਭਾ ਰਹੇ ਨੇ, ਤਾਂ ਕਿੰਨਾ ਸੋਹਣਾ ਜੀਵਨ ਹੈ ਉਹਨਾਂ ਦਾ। ਤੇ ਜੇ ਕਿਤੇ ਪਤਨੀ ਆਪਣੇ ਪਤੀ ਦੀ ਇਲਾਵਾ ਹੋਰ ਕਿਸੇ ਨਾਲ ਚਿੱਤ ਲਾ ਲਵੇ, ਜਾਂ ਪਤੀ ਪਤਨੀ ਦੇ ਇਲਾਵਾ ਕਿਤੇ ਹੋਰ ਔਰਤ ਨਾਲ ਸੰਬੰਧ ਬਣਾ ਲਏ, ਤਾਂ ਘਰ ਬਰਬਾਦ ਹੋ ਜਾਏਗਾ ਨਾ। ਇਹ ਰਿਸ਼ਤਾ ਉਦੋਂ ਤੱਕ ਹੀ ਪਵਿੱਤਰ ਹੈ ਜਦੋਂ ਤੱਕ ਵਿੱਚ ਕੋਈ ਤੀਜਾ ਨਹੀਂ ਹੈ। ਉਹਨਾਂ ਦਾ ਜੀਵਨ ਬੇਕਾਰ ਹੋ ਜਾਂਦਾ ਨਾ। ਤੇ ਜਿਨ੍ਹਾਂ ਦਾ ਚਿੱਤ ਇੱਕ ਦੂਜੇ ਦੇ ਨਾਲ ਲੱਗਾ ਹੈ, ਏਕ ਜੋਤ ਦੁਇ ਮੂਰਤੀ ਧਨ ਪਰ ਕਹੀਐ ਸੋਏ, ਜੋ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਨੇ, ਕਿੰਨੇ ਮਹਾਨ ਨੇ ਉਹ। ਤਾਂ ਇਸੇ ਤਰ੍ਹਾਂ ਜਿਹੜੇ ਇੱਕ ਰੱਬ ਨੂੰ ਛੱਡ ਕੇ ਹੋਰ ਕਿਤੇ ਚਿੱਤ ਲਾਈ ਫਿਰਦੇ ਨੇ, ਉਹਨਾਂ ਦਾ ਜੀਵਨ ਵੀ ਬੇਕਾਰ ਹੋ ਜਾਂਦਾ ਹੈ। ਹੁਣ ਇੱਕ ਰੱਬ ਨੂੰ ਸਮਝਣਾ ਹੈ, ਇੱਕ ਰੱਬ ਦਾ ਮਤਲਬ ਜਿਹੜਾ ਉੱਤੇ ਬੈਠਾ ਹੈ ਵੱਖਰਾ ਉਹ ਨਹੀਂ, ਜਿਹੜਾ ਸਰਬ ਵਿਆਪਕ ਹੈ। ਉਹਦੇ ਗੁਣਾਂ ਦੇ ਨਾਲ ਜਿੰਨੇ ਚਿੱਤ ਨਹੀਂ ਲਾਇਆ, ਰੱਬ ਨਾਲ ਚਿੱਤ ਲਾਉਣ ਦਾ ਮਤਲਬ ਉਹਦੇ ਗੁਣਾਂ ਨਾਲ ਚਿੱਤ ਲਾਣਾ। ਜੋ ਮੂਲ ਮੰਤਰ ਵਿੱਚ ਗੁਣ ਦੱਸੇ ਨੇ, ਇੱਕ ਹੈ, ਸੱਚ ਹੈ, ਨਿਰਭਉ ਹੈ, ਨਿਰਵੈਰ ਹੈ, ਜੂਨਾ ਤੋਂ ਰਹਿਤ ਹੈ, ਮੌਤ ਤੋਂ ਰਹਿਤ ਹੈ, ਸੁਤੇ ਪ੍ਰਕਾਸ਼ ਹੈ। ਜਿਨਨੇ ਇਹਨਾਂ ਗੁਣਾਂ ਦੇ ਨਾਲ ਚਿੱਤ ਲਾਇਆ ਹੈ, ਉਹਦਾ ਜਿਉਣਾ ਸਫਲ ਹੈ। ਤੇ ਜਿਨਨੇ ਇਹਨਾਂ ਗੁਣਾਂ ਨੂੰ ਛੱਡ ਕੇ ਆਪਣਾ ਚਿੱਤ ਹੋਰ ਕਿਤੇ ਲਾਇਆ ਹੋਇਆ, ਕਾਮ ਕ੍ਰੋਧ ਵਿੱਚ, ਲੋਭ ਮੋਹ ਵਿੱਚ, ਈਰਖਾ ਦੇ ਵਿੱਚ, ਉਹਨਾਂ ਦੀ ਜ਼ਿੰਦਗੀ ਬੇਕਾਰ ਹੈ। ਐਵੇਂ ਵਿਅਰਥ ਜ਼ਿੰਦਗੀ ਜੀ ਰਹੇ ਨੇ, ਦੁਖੀ ਹੋ ਰਹੇ ਨੇ ਆਪ ਵੀ, ਔਰ ਦੂਜਿਆਂ ਨੂੰ ਵੀ ਦੁਖੀ ਕਰਦੇ ਨੇ। ਪਹਿਲੀ ਗੱਲ। ਦੂਜੀ ਗੱਲ, ਜਿਹੜੇ ਉਸ ਇੱਕ ਦੇ ਸਿਸਟਮ ਨੂੰ ਛੱਡ ਕੇ ਜੋਤਸ਼ੀਆਂ ਬਾਬਿਆਂ ਦੇ ਚੱਕਰਾਂ ਵਿੱਚ ਪਏ ਨੇ, ਵਰਤਨ ਰਾਤੇ ਸਰਾਧਾਂ ਦੇ ਚੱਕਰਾਂ ਵਿੱਚ ਪਏ ਨੇ, ਜਿਹੜੇ ਭੋਗ ਲਵਾ ਕੇ ਹੀ ਆਪਣਾ ਜੀਵਨ ਬਦਲਣਾ ਚਾਹੁੰਦੇ ਨੇ, ਧੂਫਾਂ ਤਖਾ ਕੇ ਹੀ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਨੇ, ਉਹਨਾਂ ਦੀ ਜ਼ਿੰਦਗੀ ਵੀ ਵਿਅਰਥ ਹੀ, ਆਪਣਾ ਟਾਈਮ ਬੇਕਾਰ ਕਰ ਰਹੇ ਨੇ, ਪੈਸਾ ਬਰਬਾਦ ਕਰ ਰਹੇ ਨੇ, ਟਾਈਮ ਬੇਕਾਰ ਕਰ ਰਹੇ ਨੇ। ਇੰਨਾ ਟਾਈਮ ਉਹ ਬਾਣੀ ਨੂੰ ਸਮਝਣ ਤੇ ਲਾਉਂਦੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਂਦੇ, ਤਾਂ ਕਿੰਨਾ ਸੁਹਾਵਣਾ ਜੀਵਨ ਹੋਣਾ ਸੀ। ਅਗਲਾ ਬਚਨ ਕਰਦੇ ਨੇ, ਨਾਨਕ ਏਵ ਨਾ ਜਾਪਈ ਕਰਤਾ ਕੀਤੀ ਦੇ ਸਜਾਏ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਜਿਹੇ ਬੰਦਿਆਂ ਨੂੰ ਕਰਤਾਰ ਕਿੰਨੀ ਕੁ ਸਜ਼ਾ ਦਿੰਦਾ ਹੈ, ਇਸ ਗੱਲ ਦਾ ਪਤਾ ਨਹੀਂ ਲੱਗਦਾ। ਹੁਣ ਜਿਹੜੀ ਕਰਤਾਰ ਸਜ਼ਾ ਦਿੰਦਾ ਹੈ, ਉਹ ਕਿਹੜੀ ਦਿੰਦਾ ਸਜ਼ਾ? ਅਸਲ ਦੇ ਵਿੱਚ ਨਾ ਅਸੀਂ ਸਜ਼ਾ ਸਮਝ ਬੈਠੇ ਹਾਂ ਕਿ ਜੇ ਕਿਸੇ ਨੇ ਗਲਤ ਕਰਮ ਕੀਤਾ ਹੈ ਨਾ, ਤੇ ਰੱਬ ਉਸ ਵੇਲੇ ਡੰਡਾ ਫੜੇ ਤੇ ਉਹਦੀ ਲੱਤ ਤੋੜੇ, ਉਹਦਾ ਗੋਡਾ ਟੁੱਟ ਜਾਏ, ਉਹਦਾ ਐਕਸੀਡੈਂਟ ਹੋ ਜਾਏ, ਜਾਂ ਉਹ ਭੁਚਾਲ ਆਏ ਤੇ ਉਹਦਾ ਘਰ ਢਹਿ ਜਾਏ, ਬਾਕੀ ਸਾਰੇ ਸ਼ਹਿਰ ਦੇ ਬਚ ਜਾਣ, ਤੇ ਜਿੰਨੇ ਪਾਪ ਕੀਤਾ ਉਹਦਾ ਇਕੱਲੇ ਦਾ ਘਰ ਢਹਿ ਜਾਏ, ਜਾਂ ਉਹਦੇ ਘਰ ਦਾ ਕੋਈ ਜੀਅ ਮਰ ਜਾਏ, ਅਸੀਂ ਉਹਨੂੰ ਸਜ਼ਾ ਸਮਝਦੇ ਹਾਂ। ਅਸਲ 'ਚ ਜਿਹੜੀ ਕਰਤੇ ਦੀ ਸਜ਼ਾ ਹੈ ਨਾ, ਅਵਗੁਣਾਂ ਦੇ ਵਿੱਚ ਖਚਤ ਹੋਣਾ ਹੀ ਆਪਣੇ ਆਪ ਦੇ ਵਿੱਚ ਇੱਕ ਸਜ਼ਾ ਹੈ। ਦੇਖੋ, ਜਿਹੜਾ ਬੰਦਾ ਸਤ ਸੰਤੋਖ ਦਇਆ ਧਰਮ ਧੀਰਜ ਦਾ ਧਾਰਨੀ ਹੋ ਸਕਦਾ ਹੋਵੇ, ਉਹਦੇ ਅੰਦਰ ਪੋਸੀਬਿਲਿਟੀ ਹੋਵੇ ਕਿ ਇੱਕ ਮਹਾਨ ਇਨਸਾਨੀਅਤ ਵਾਲੀ ਜ਼ਿੰਦਗੀ ਜੀ ਸਕਦਾ ਹੋਵੇ, ਤੇ ਉਹ ਬੰਦਾ ਖੋਤਿਆਂ ਵਾਲੀ ਜ਼ਿੰਦਗੀ ਜੀਂਦਾ ਹੋਵੇ, ਇਸ ਤੋਂ ਵੱਡੀ ਸਜ਼ਾ ਹੋਰ ਕੀ ਹੋ ਸਕਦੀ ਹੈ? ਇਹ ਆਪਣੇ ਆਪ ਦੇ ਵਿੱਚ ਹੀ ਸਜ਼ਾ ਹੈ। ਇੱਕ ਬੰਦਾ ਪੋਜ਼ਿਟਿਵ ਬੋਲ ਸਕਦਾ ਹੋਵੇ, ਸਕਾਰਾਤਮਕ ਬੋਲ ਸਕਦਾ ਹੋਵੇ, ਉਹਦੇ ਬੋਲ ਕਿਸੇ ਨੂੰ ਸਹਾਰਾ ਦੇ ਸਕਦੇ ਹੋਣ, ਪਰ ਉਹ ਬੰਦਾ ਹੰਕਾਰ ਭਰੇ ਈਰਖਾ ਵਾਲੇ ਬੋਲ ਬੋਲੇ, ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਸਜ਼ਾ ਹੀ ਹੈ ਨਾ। ਮਾਨਸਿਕ ਤੌਰ ਤੇ ਬੰਦਾ ਪਰੇਸ਼ਾਨ, ਦੂਜਿਆਂ ਨੂੰ ਵੀ ਪਰੇਸ਼ਾਨ ਕਰਦਾ ਹੈ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਸ ਗੱਲ ਦਾ ਵੀ ਸਮਝ ਨਹੀਂ ਆਉਂਦੀ ਕਿ ਰੱਬ ਉਹਨਾਂ ਨੂੰ ਕਿੰਨੀ ਸਜ਼ਾ ਦਿੰਦਾ ਹੈ। ਭਾਵੇਂ ਔਗਣਾਂ ਦੇ ਅੰਦਰ ਖਚਤ ਹੋਣਾ ਆਪਣੇ ਆਪ ਦੇ ਅੰਦਰ ਹੀ ਇੱਕ ਸਜ਼ਾ ਹੈ। ਅਗਲਾ ਬਚਨ ਗੁਰੂ ਪਾਤਸ਼ਾਹ ਜੀ ਕਰ ਰਹੇ ਨੇ, ਮਹਿਲਾ ਤੀਜਾ, ਸੱਚਾ ਨਾਮ ਧਿਆਈਐ ਸਭੋ ਵਰਤੈ ਸੱਚ। ਸਭੋ ਦਾ ਮਤਲਬ ਹਰ ਥਾਂ ਤੇ, ਸੱਚ ਦਾ ਮਤਲਬ ਸੱਚ ਸਦਾ ਰਹਿਣ ਵਾਲਾ ਪ੍ਰਭੂ, ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਹੁਕਮ,
ਧਿਆਈਏ ਦਾ ਮਤਲਬ ਧਿਆਨ ਵਿੱਚ ਰੱਖੀਏ। ਸੱਚਾ ਨਾਮ ਧਿਆਈਏ, ਸੱਚਾ ਹੁਕਮ ਆਪਣੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਪ੍ਰਭੂ ਦਾ ਜੋ ਹੁਕਮ ਹੈ ਉਹ ਸੱਚਾ ਹੈ, ਰਜ਼ਾ ਭਾਣਾ ਸੱਚਾ ਹੈ। ਐਵੇਂ ਬਣੀ ਬਣਾਈ ਗੱਲ ਨਹੀਂ ਕਿ ਰਜ਼ਾ ਭਾਣਾ ਕੁਛ ਹੁੰਦਾ, ਸੱਚਾ ਹੈ, ਸੱਚ ਬਿਲਕੁਲ ਕੰਮ ਕਰ ਰਿਹਾ ਹੈ, ਉਹਦੇ ਵਿੱਚ ਕੋਈ ਭੁੱਲ ਨਹੀਂ ਹੈ, ਉਕਾਈ ਨਹੀਂ ਹੈ। ਸਭੋ ਵਰਤੈ ਸੱਚ, ਤੇ ਹਰ ਥਾਂ ਦੇ ਉੱਤੇ ਸੱਚ ਵਰਤ ਰਿਹਾ ਹੈ। ਹਰ ਥਾਂ ਤੇ ਸੱਚ ਵਰਤ ਰਿਹਾ, ਰੱਬ ਹਰ ਥਾਂ ਤੇ ਵਸ ਰਿਹਾ ਹੈ, ਰੱਬ ਦੀ ਰਜ਼ਾ ਪਾਣਾ ਹਰ ਥਾਂ ਤੇ ਕੰਮ ਕਰ ਰਿਹਾ ਹੈ। ਤੇ ਦੂਜੀ ਗੱਲ, ਸੱਚ ਵੀ ਹਰ ਥਾਂ ਦੇ ਉੱਤੇ ਵਰਤ ਰਿਹਾ ਹੈ। ਮੈਂ ਹਾਂ, ਤੁਸੀਂ ਹੋ, ਸਾਡੇ ਅੰਦਰ ਸੱਚ ਤਾਂ ਹੈ, ਅਸੀਂ ਬੋਲਦੇ ਨਹੀਂ, ਇਹ ਗੱਲ ਵੱਖਰੀ ਹੈ। ਔਰ ਕੁਦਰਤ ਦੇ ਜੋ ਸੱਚੇ ਨਿਯਮ ਨੇ ਇਹ ਹਰ ਥਾਂ ਦੇ ਉੱਤੇ ਬਿਲਕੁਲ ਵਾਪਰ ਰਹੇ ਨੇ। ਅੱਗ ਦੇ ਵਿੱਚ ਹੱਥ ਪਾਓ ਨਾ, ਜੇ ਇੰਗਲੈਂਡ ਵਿੱਚ ਅਸੀਂ ਬੈਠੇ ਹਾਂ, ਇੱਥੇ ਅੱਗ ਦੇ ਵਿੱਚ ਮੈਂ ਹੱਥ ਪਾਵਾਂਗਾ, ਇੰਗਲੈਂਡ ਵੀ ਸੜੇਗਾ। ਤੇ ਜਿਹੜੇ ਤੁਸੀਂ ਅਮਰੀਕਾ ਵਿੱਚ ਬੈਠੇ ਹੋ, ਅੱਗ ਵਿੱਚ ਹੱਥ ਪਾਓਗੇ, ਅਮਰੀਕਾ ਵਾਲਿਆਂ ਦਾ ਵੀ ਸੜੇਗਾ। ਇੰਡੀਆ ਵਾਲੇ ਅੱਗ ਵਿੱਚ ਹੱਥ ਪਾਣਗੇ ਤੇ ਇੰਡੀਆ ਵਾਲੇ ਦਾ ਵੀ ਸੜੇਗਾ, ਕਿਉਂਕਿ ਇਹ ਨਿਯਮ ਹੈ ਨਾ ਕਿ ਜਿੱਥੇ ਹੱਥ ਅੱਗ ਦੇ ਵਿੱਚ ਪਾਓਗੇ ਤੇ ਸੜੇਗਾ। ਇਹਨੂੰ ਅਸੀਂ ਮਿਟਾ ਨਹੀਂ ਸਕਦੇ। ਇਹ ਨਹੀਂ ਕਿ ਇੰਡੀਆ ਵਾਲਿਆਂ ਦਾ ਹੱਥ ਹੀ ਨਾ ਸੜੇ ਜਾਂ ਅਮਰੀਕਾ ਵਾਲਿਆਂ ਦਾ, ਕੈਨੇਡਾ ਵਾਲਿਆਂ ਦਾ ਨਾ ਸੜੇ, ਨਾ। ਨਿਯਮ ਨੇ, ਸੱਚੇ ਨੇ ਹਰ ਥਾਂ ਦੇ ਉੱਤੇ। ਇਸੇ ਤਰ੍ਹਾਂ ਦੇ ਇੰਡੀਆ ਵਿੱਚ ਪਿਆਰ ਮੁਹੱਬਤ ਨਾਲ ਰਹੋਗੇ ਤਾਂ ਇੰਡੀਆ ਦੇ ਅੰਦਰ ਘਰ ਸੁੱਖ ਬਣਿਆ ਰਹੇਗਾ। ਜੇ ਇੰਗਲੈਂਡ ਵਿੱਚ ਰਹੋਗੇ, ਇੰਗਲੈਂਡ ਵਿੱਚ, ਕੈਨੇਡਾ ਵਿੱਚ ਰਹੋਗੇ, ਕੈਨੇਡਾ ਵਿੱਚ, ਅਮਰੀਕਾ ਵਿੱਚ। ਤੇ ਜੇ ਇੰਡੀਆ ਦੇ ਅੰਦਰ ਆਪਸ ਵਿੱਚ ਪਿਆਰ ਨਹੀਂ ਕਰੋਗੇ ਤੇ ਇੰਡੀਆ ਵਿੱਚ ਵੀ ਕਲੇਸ਼ ਪਏਗਾ, ਦੁੱਖ ਹੋਏਗਾ। ਜੇ ਕੈਨੇਡਾ ਵਿੱਚ ਨਹੀਂ ਰਹੋਗੇ ਤੇ ਕੈਨੇਡਾ ਵਿੱਚ ਵੀ, ਅਮਰੀਕਾ ਵਿੱਚ ਵੀ ਕਲੇਸ਼ ਪਏਗਾ, ਕਿਉਂਕਿ ਗੱਲ ਤਾਂ ਕਲੇਸ਼ ਔਗਣਾ ਕਰਕੇ ਹੈ। ਇਹ ਨੇਮ ਤੇ ਹਰ ਥਾਂ ਤੇ ਲਾਗੂ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਸੱਚਾ ਨਾਮ ਧਿਆਈਏ, ਜੋ ਸੱਚਾ ਰੱਬ ਦਾ ਹੁਕਮ ਹੈ ਉਹਨੂੰ ਧਿਆਨ ਵਿੱਚ ਰੱਖੋ। ਸਭੋ ਵਰਤੇ ਸੱਚ, ਹਰ ਥਾਂ ਦੇ ਉੱਤੇ ਸੱਚ ਵਰਤ ਰਿਹਾ ਹੈ, ਹਰ ਥਾਂ ਦੇ ਉੱਤੇ ਸੱਚ ਹੈ, ਹਰ ਥਾਂ ਦੇ ਉੱਤੇ ਪ੍ਰਭੂ ਹੈ, ਪ੍ਰਭੂ ਦੇ ਨੇਮ ਕੰਮ ਕਰ ਰਹੇ ਨੇ। ਨਾਨਕ, ਇੱਥੇ ਥੋੜਾ ਜਿਹਾ ਰੁਕਾਂਗੇ, ਹੁਕਮ ਬੁੱਝ ਪ੍ਰਵਾਨ ਹੋਏ ਤਾਂ ਫਲ ਪਾਵੇ ਸੱਚ। ਜੇ ਕੋਈ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝੇ, ਰੱਬ ਦੀ ਰਜ਼ਾ ਨੂੰ ਸਮਝੇ, ਹੁਕਮ ਨੂੰ, ਭਾਣੇ ਨੂੰ, ਸਿਸਟਮ ਨੂੰ ਸਮਝੇ ਤੇ ਸਮਝ ਕੇ ਉਹਦੇ ਮੁਤਾਬਕ ਚੱਲੇ, ਪ੍ਰਵਾਨ ਹੋਏ, ਉਹ ਰੱਬੀ ਦਰ ਤੇ ਪ੍ਰਵਾਨ ਹੋ ਜਾਏਗਾ, ਕਬੂਲ ਹੋ ਜਾਏਗਾ। ਤਾਂ ਫਲ ਪਾਵੇ ਸੱਚ, ਤਾਂ ਫਿਰ ਉਹ ਸੱਚਾ ਫਲ ਪ੍ਰਾਪਤ ਕਰ ਲਵੇਗਾ। ਉਹਨੂੰ ਸੱਚ ਮਿਲ ਜਾਏਗਾ, ਉਹਨੂੰ ਰੱਬ ਮਿਲ ਜਾਏਗਾ, ਉਹ ਰੱਬ ਦੇ ਅੰਦਰ ਸਮਾ ਜਾਏਗਾ, ਤਾਂ ਉਹਨੂੰ ਸੱਚਾ ਫਲ ਮਿਲੇਗਾ, ਸੱਚੀ ਪ੍ਰਾਪਤੀ ਹੋਵੇਗੀ। ਉਹ ਜੀਵਨ ਦੀ ਅਸਲੀਅਤ ਨੂੰ ਸਮਝ ਲਏਗਾ। ਕੌਣ? ਹੁਕਮ ਬੁੱਝ ਪ੍ਰਵਾਨ ਹੋਏ, ਜੋ ਹੁਕਮ ਨੂੰ ਬੁੱਝੇਗਾ, ਜਾਣੇਗਾ ਔਰ ਹੁਕਮ ਮੁਤਾਬਕ ਜ਼ਿੰਦਗੀ ਜੀਵੇਗਾ, ਤਾਂ ਉਹ ਸੱਚਾ ਫਲ ਪ੍ਰਾਪਤ ਕਰ ਲਵੇਗਾ। ਜਿਹੜੀ ਚੀਜ਼ ਉਹ ਬਿਲਕੁਲ ਮਿਲੇਗੀ। ਜੇ ਰੱਬੀ ਰਜ਼ਾ ਦੇ ਵਿੱਚ ਤੁਰਾਂਗੇ ਨਾ, ਰੱਬੀ ਗੁਣਾਂ ਦੇ ਧਾਰਨੀ ਹੋਵਾਂਗੇ ਤੇ ਰੱਬ ਮਿਲੇਗਾ, ਰੱਬ ਵਰਗੇ ਹੋ ਜਾਓਗੇ। ਹੁਣ ਜੇ ਹੁਕਮ ਨੂੰ ਸਮਝ ਲਈਏ ਕਿ ਹੁਣ ਆ ਕਿਹੜੀ ਫਸਲ ਬੀਜਣ ਦਾ ਟਾਈਮ ਹੈ, ਕਿੰਨਾ ਕੁ ਵੱਤਰ ਚਾਹੀਦਾ ਹੈ, ਕਿਹੜਾ ਬੀਜ ਬੀਜਣਾ ਹੈ, ਜਿਹੜਾ ਇਸ ਹੁਕਮ ਨੂੰ ਬੁੱਝੇਗਾ ਕਿ ਇਹ ਫਸਲ ਦਾ ਟਾਈਮ ਹੈ, ਇੰਨਾ ਕੁ ਵੱਤਰ ਚਾਹੀਦਾ ਹੈ, ਇੰਨਾ ਕੁ ਬੀਜ ਬੀਜਣਾ ਹੈ, ਉਹ ਬੰਦਾ ਬੀਜੇਗਾ ਤੇ ਉਹਨੂੰ ਸੱਚਾ ਫਲ ਮਿਲ ਜਾਏਗਾ, ਉਹ ਫਸਲ ਮਿਲ ਜਾਏਗੀ। ਤੇ ਜੇ ਬੇਮੌਸਮਾ ਬੀਜ ਬੀਜ ਦੇਵੇ, ਕਿਸੇ ਨੂੰ ਪਤਾ ਨਾ ਹੋਵੇ, ਸਿਸਟਮ ਦਾ ਨਾ ਪਤਾ ਹੋਵੇ, ਬੇਮੌਸਮਾ ਬੀਜ ਬੀਜੇ, ਵੱਤਰ ਵੀ ਠੀਕ ਨਾ ਹੋਵੇ, ਪਾਣੀ ਆਦਿਕ ਵੀ ਨਾ ਦੇਵੇ ਤੇ ਫਲ ਨਹੀਂ ਹੋਵੇ ਨਾ। ਕੁਰਤਾ ਬੀਜ ਬੀਜੈ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏਗਾ। ਲਾਹਾ ਵੀ ਗਵਾਚ ਜਾਏਗਾ, ਮੂਲ ਵੀ ਗਵਾਚ ਜਾਏਗਾ, ਟਾਈਮ ਵੀ ਗਿਆ, ਸ਼ਕਤੀ ਵੀ ਲੱਗੀ, ਜੀਵਨ ਦੀ ਐਨਰਜੀ ਵੀ ਖਤਮ ਹੋਈ ਤੇ ਮਿਲਿਆ ਵੀ ਕੁਛ ਨਾ। ਹੁਣ ਆਮ ਮਨੁੱਖਾਂ ਦੀ ਐਨਰਜੀ ਲੱਗ ਰਹੀ ਹੈ ਨਾ, ਤਾਕਤ ਅਸੀਂ ਲਾ ਰਹੇ ਹਾਂ, ਕੰਮ ਕਰ ਰਹੇ ਹਾਂ, ਬੋਲ ਰਹੇ ਹਾਂ, ਸੁਣ ਰਹੇ ਹਾਂ, ਪੈਰਾਂ ਨਾਲ ਤੁਰ ਰਹੇ ਹਾਂ, ਐਨਰਜੀ ਤਾਂ ਲੱਗ ਰਹੀ ਹੈ, ਤਾਕਤ ਤਾਂ ਲੱਗ ਰਹੀ ਹੈ, ਮਾਲਾ ਫੇਰ ਰਹੇ ਹਾਂ, ਬਰਤਨ ਰੱਖ ਤੇ ਰੱਖ ਰਹੇ ਹਾਂ, ਪਰ ਸ਼ਾਂਤੀ ਨਹੀਂ, ਕਿਉਂਕਿ ਐਨਰਜੀ ਗਲਤ ਪਾਸੇ ਲੱਗ ਰਹੀ ਹੈ ਨਾ, ਹੁਕਮ ਵਿੱਚ ਨਹੀਂ ਹੈ। ਤਾਂ ਜਿਹੜਾ ਹੁਕਮ ਨੂੰ ਬੁੱਝੇਗਾ ਉਹ ਪ੍ਰਵਾਨ ਹੋਏਗਾ, ਉਹ ਸੱਚਾ ਫਲ ਹਾਸਲ ਕਰ ਲਏਗਾ, ਜੋ ਹੁਕਮ ਮੁਤਾਬਕ ਚੱਲੇਗਾ। ਪਰ ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁੱਝਈ, ਅੰਧਾ ਕੱਚ ਨਿਕੱਚ। ਕਥਨੀ ਦਾ ਮਤਲਬ ਗੱਲਾਂ ਕਰਨੀਆਂ, ਬਦਨੀ, ਬਦਨ ਹੁੰਦਾ ਹੈ ਮੂੰਹ, ਬਦਨੀ ਦਾ ਮਤਲਬ ਮੂੰਹ ਨਾਲ, ਕਥਨੀ ਬਦਨੀ ਦਾ ਮਤਲਬ ਮੂੰਹ ਦੇ ਨਾਲ ਗੱਲਾਂ ਕਰਨੀਆਂ, ਜ਼ਬਾਨੀ ਜ਼ਬਾਨੀ। ਜਿਵੇਂ ਹੁਣ ਮੈਂ ਗੱਲਾਂ ਕਰ ਰਿਹਾ, ਗੱਲਾਂ ਤਾਂ ਮੈਂ ਵਧੀਆ ਕਰ ਰਿਹਾ, ਜ਼ਬਾਨ ਮੇਰੀ ਵੀ ਚੱਲ ਰਹੀ ਹੈ ਨਾ ਪੂਰੀ, ਪਰ ਗੱਲਾਂ, ਜੇ ਕੋਈ ਬੰਦਾ ਕਥਨੀ ਬਦਨੀ ਕਰਦਾ ਫਿਰੇ, ਕਰਲੀਆਂ ਮੂੰਹ ਦੇ ਨਾਲ ਗੱਲਾਂ ਕਰੀ ਜਾਏ, ਜ਼ਬਾਨੀ ਜ਼ਬਾਨੀ ਗੱਲਾਂ ਕਰੇ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਿਰੀਆਂ ਮੂੰਹ ਦੀਆਂ ਗੱਲਾਂ ਨਾਲ
ਹੁਕਮੇ ਮੂਲ ਨਾ ਬੁੱਝਈ, ਪ੍ਰਭੂ ਦੀ ਰਜਾ ਨੂੰ ਉੱਕਾ ਹੀ ਨਹੀਂ ਸਮਝਦਾ। ਅੰਧਾ ਕੱਚ ਨਿਕੱਚ, ਗੁਰੂ ਜੀ ਕਹਿੰਦੇ ਨੇ ਉਹ ਅਗਿਆਨ ਕਰਕੇ ਅੰਨਾ ਹੈ, ਉਹ ਜੀਵਨ ਦੇ ਸਹੀ ਰਾਸਤੇ ਤੋਂ ਭੁੱਲਿਆ ਹੋਇਆ ਹੈ। ਕੱਚ ਨਿਕੱਚ ਦਾ ਮਤਲਬ ਨਿਰੀਆਂ ਕੱਚੀਆਂ ਗੱਲਾਂ ਕਰਨ ਵਾਲਾ। ਕੱਚ ਨਿਕੱਚ ਦਾ ਮਤਲਬ ਨਿਰੀਆਂ ਨਿਰੋਲ ਕੱਚੀਆਂ ਪਿੱਲੀਆਂ ਗੱਲਾਂ ਕਰਨ ਵਾਲਾ ਬੰਦਾ ਹੈ। ਉਹ ਨਿਰੀਆਂ ਗੱਲਾਂ ਦੇ ਨਾਲ ਨਹੀਂ ਮਿਲਦਾ। ਗੱਲਾਂ ਕਰੀ ਜਾਓ ਹੁਕਮ ਦੀਆਂ, ਰੱਬ ਦੀਆਂ, ਗੁਣਾਂ ਦੀਆਂ, ਗੁਰਮਤ ਦੀਆਂ, ਪਰ ਉਹਨਾਂ ਨੂੰ ਇੰਪਲੀਮੈਂਟ ਨਾ ਕਰੋ ਤੇ ਕੁਝ ਵੀ ਨਹੀਂ ਮਿਲਣਾ। ਰੋਟੀ 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 ਕਹੀ ਜਾਓ, ਖਾਓ ਨਾ ਤਾਂ ਭੁੱਖ ਥੋੜੀ ਮਿਟੇਗੀ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜਾ ਬੰਦਾ ਜ਼ਬਾਨੀ ਗੱਲਾਂ ਕਰੀ ਜਾਂਦਾ ਹੈ, ਪ੍ਰਭੂ ਦੇ ਹੁਕਮ ਨੂੰ ਨਹੀਂ ਬੁੱਝਦਾ, ਔਰ ਉਹ ਨਿਰੀਆਂ ਕੱਚੀਆਂ ਪਿੱਲੀਆਂ ਗੱਲਾਂ ਕਰ ਰਿਹਾ ਹੈ, ਉਹਦਾ ਉਹਨੂੰ ਕੋਈ ਲਾਭ ਨਹੀਂ ਹੈ। ਪੌੜੀ ਸੰਜੋਗ ਵਿਜੋਗ ਉਪਾਇਓਨ ਸ੍ਰਿਸ਼ਟੀ ਕਾ ਮੂਲ ਰਚਾਇਆ। ਜਦੋਂ ਇਹ ਸ੍ਰਿਸ਼ਟੀ ਦਾ ਮੂਲ ਰਚਾਇਆ ਦਾ ਮਤਲਬ ਮੁੱਢ ਬੱਝਾ, ਭਾਵੇਂ ਸ੍ਰਿਸ਼ਟੀ ਹੋਂਦ ਵਿੱਚ ਆਈ, ਪ੍ਰਭੂ ਨਿਰਾਕਾਰ ਤੋਂ ਸਾਕਾਰ ਹੋਇਆ, ਨਿਰੰਕਾਰ ਤੋਂ ਸੰਸਾਰ ਹੋ ਗਿਆ, ਤਾਂ ਇੱਥੇ ਦੋ ਚੀਜ਼ਾਂ ਪੈਦਾ ਕੀਤੀਆਂ, ਸੰਜੋਗ ਵਿਜੋਗ ਉਪਾਇਓਨ। ਸੰਜੋਗ ਔਰ ਵਿਜੋਗ। ਸੰਜੋਗ ਦਾ ਮਤਲਬ ਮੇਲ ਤੇ ਵਿਜੋਗ ਦਾ ਮਤਲਬ ਵਿਛੋੜਾ। ਸ੍ਰਿਸ਼ਟੀ ਦਾ ਮੁੱਢ ਬੱਝਾ ਤੇ ਪ੍ਰਭੂ ਨੇ ਰੱਬੀ ਹੁਕਮ ਦੇ ਅੰਦਰ ਸੰਜੋਗ ਔਰ ਵਿਜੋਗ ਪੈਦਾ ਕਰ ਦਿੱਤਾ। ਇਹ ਜ਼ਿੰਦਗੀ ਨੂੰ ਸੰਜੋਗ ਔਰ ਵਿਜੋਗ ਹੀ ਚਲਾ ਰਹੇ ਨੇ। ਜਪਜੀ ਸਾਹਿਬ ਵਿੱਚ ਅਸਾਂ ਵਿਚਾਰ ਕੀਤੀ ਸੀ ਨਾ, ਸੰਜੋਗ ਵਿਜੋਗ ਦੋਏ ਕਾਰ ਚਲਾਵੇ ਹੈ, ਲੇਖੇ ਆਵੇ ਭਾਗ, ਮਿਲਣਾ ਔਰ ਵਿਛੜਨਾ, ਜਨਮ ਔਰ ਮਰਨ। ਇਸ ਦੁਨੀਆ ਦੇ ਵਿੱਚ ਜੇ ਜਨਮ ਨਾ ਹੋਵੇ ਤਾਂ ਸ੍ਰਿਸ਼ਟੀ ਦੇ ਉੱਤੇ ਕੋਈ ਹੋਏਗਾ ਹੀ ਨਹੀਂ। ਕੱਲਾ ਜਨਮ ਹੋਵੇ, ਮੌਤ ਨਾ ਹੋਵੇ ਤਾਂ ਵੀ ਸ੍ਰਿਸ਼ਟੀ ਚੱਲ ਨਹੀਂ ਸਕਦੀ। ਹਰ ਰੋਜ਼ ਬੱਚੇ ਜਨਮ ਲੈਂਦੇ ਰਹਿਣ, ਪਸ਼ੂ ਪੰਛੀ ਜਨਮ ਲੈਂਦੇ ਰਹਿਣ, ਘਾਹ ਫੂਸ ਉੱਗਦਾ ਰਹੇ, ਜਾਨਵਰ ਜੰਮਦੇ ਰਹਿਣ, ਮਰੇ ਕੋਈ ਵੀ ਨਾ, ਤਾਂ ਇੱਥੇ ਤਾਂ ਕੁਰਬਲ ਹੋ ਜਾਏਗੀ। ਸਾਹ ਲੈਣ ਲਈ ਥਾਂ ਨਹੀਂ ਬਚਣਾ, ਜ਼ਿੰਦਗੀ ਚੱਲ ਹੀ ਨਹੀਂ ਸਕਦੀ ਜੇ ਮੌਤ ਨਾ ਹੋਵੇ। ਤੇ ਜੇ ਕੱਲੀ ਮੌਤ ਹੋਵੇ, ਲੋਕ ਹੌਲੇ ਹੌਲੇ ਮਰਦੇ ਜਾਣ, ਅੱਗੋਂ ਕੋਈ ਜਨਮ ਨਾ ਲੈ, ਤਾਂ ਸ੍ਰਿਸ਼ਟੀ ਖਤਮ ਹੋ ਜਾਏਗੀ। ਇਸ ਲਈ ਜਨਮ ਔਰ ਮੌਤ ਇਹ ਸੰਸਾਰ ਨੂੰ ਚਲਾ ਰਹੇ ਨੇ, ਮਿਲਣਾ ਔਰ ਵਿਛੜਨਾ। ਅਸੀਂ ਸਦਾ ਇਕੱਠੇ ਨਹੀਂ ਹਾਂ, ਸਾਡਾ ਵਿਛੋੜਾ ਹੋਵੇਗਾ। ਸ੍ਰਿਸ਼ਟੀ ਇਸੇ ਤਰ੍ਹਾਂ ਚੱਲ ਰਹੀ ਹੈ। ਹੁਕਮੀ ਸ੍ਰਿਸ਼ਟ ਸਾਜੀਆਂ, ਜੋਤੀ ਜੋਤ ਮਿਲਾਇਆ। ਹੁਕਮ ਦੇ ਅੰਦਰ ਆ ਸ੍ਰਿਸ਼ਟੀ ਸਿਰਜੀ, ਹੋਂਦ ਵਿੱਚ ਆਈ, ਜੋਤੀ ਜੋਤ ਮਿਲਾਇਆ, ਤੇ ਪ੍ਰਭੂ ਨੇ ਆਪਣੀ ਜੋਤ ਨੂੰ ਇਸ ਸ੍ਰਿਸ਼ਟੀ ਦੇ ਵਿੱਚ ਹੀ ਮਿਲਾ ਦਿੱਤਾ। ਯਾਨੀ ਸ੍ਰਿਸ਼ਟੀ ਤੋਂ ਵੱਖਰਾ ਨਹੀਂ। ਕੁਦਰਤ ਕਰਕੇ ਵਸਿਆ ਸੋਏ, ਉੱਥੇ ਗੁਰੂ ਜੀ ਨੇ ਇਸ ਢੰਗ ਨਾਲ ਕਿਹਾ ਹੈ, ਕੁਦਰਤ ਕਰਕੇ ਵਸਿਆ ਸੋਏ। ਇੱਥੇ ਕਹਿ ਰਹੇ ਨੇ ਜੋਤੀ ਜੋਤ ਮਿਲਾਇਆ। ਜੋਤੀ ਜੋਤ ਮਿਲਾਇਆ ਦਾ ਮਤਲਬ ਤਾਣੇ ਔਰ ਪੇਟੇ ਦੀ ਤਰ੍ਹਾਂ ਮਿਲ ਗਿਆ ਇਸ ਸ੍ਰਿਸ਼ਟੀ ਦੇ ਅੰਦਰ। ਹੁਣ ਜਦੋਂ ਜੋਤੀ ਵਿੱਚ ਜੋਤ ਮਿਲ ਗਈ ਤਾਂ ਅਸੀਂ ਰੱਬ ਨਾਲੋਂ ਵੱਖਰੇ ਤੇ ਹੈ ਹੀ ਨਹੀਂ। ਸਾਰੇ ਥਾਵਾਂ ਤੇ ਮਿਲਿਆ ਹੋਇਆ ਹੈ, ਉਹ ਮਿਲਿਆ ਹੋਇਆ ਹੈ ਸਭ ਥਾਵਾਂ ਦੇ। ਤਾਂ ਉਹ ਸਰਬ ਵਿਆਪਕ ਹੈ। ਉਹਨੇ ਆਪਣੀ ਜੋਤ ਨੂੰ ਸ੍ਰਿਸ਼ਟੀ ਦੇ ਵਿੱਚ ਹੀ ਰੱਖਿਆ, ਕੁਦਰਤ ਦੇ ਵਿੱਚ ਰੱਖਿਆ। ਕੁਦਰਤ ਤੋਂ ਉਹ ਵੱਖਰਾ ਨਹੀਂ ਹੈ। ਜੋਤੀ ਹੂੰ ਸਭ ਚਾਨਣਾ, ਸਤਿਗੁਰ ਸ਼ਬਦ ਸੁਣਾਇਆ। ਇਹ ਜਿਹੜਾ ਸਾਰਾ ਪ੍ਰਕਾਸ਼ ਹੈ, ਪ੍ਰਕਾਸ਼ ਦਾ ਮਤਲਬ ਜੋ ਕੁਛ ਵੀ ਚੱਲ ਰਿਹਾ ਹੈ, ਇਹ ਰੱਬੀ ਸੱਤਿਆ ਕਰਕੇ ਹੈ। ਜੇ ਸਾਡੇ ਅੰਦਰ ਸੱਤਿਆ ਨਾ ਹੋਏ, ਜੋ ਐਨਰਜੀ ਹੈ ਜੇ ਉਹ ਨਾ ਹੋਵੇ, ਤਾਂ ਇਹ ਮਟੀਰੀਅਲ ਵੀ ਨਹੀਂ ਹੋਏਗਾ। ਜੇ ਨਿਰੰਕਾਰ ਨਾ ਹੋਏ ਤਾਂ ਸੰਸਾਰ ਵੀ ਨਹੀਂ ਹੋਏਗਾ। ਤਾਂ ਉਹਦੀ ਸੱਤਿਆ ਕਰਕੇ ਸਾਰਿਆਂ ਦੇ ਅੰਦਰ ਸਾਰੇ ਲੋਕ ਪ੍ਰਕਾਸ਼ਮਾਨ ਨੇ, ਜ਼ਿੰਦਗੀ ਜੀ ਰਹੇ ਨੇ। ਸਤਿਗੁਰ ਸ਼ਬਦ ਸੁਣਾਇਆ, ਪਰ ਇਹ ਬਚਨ ਵੀ ਗੁਰੂ ਨੇ ਸੁਣਾਇਆ ਕਿ ਉਹ ਸਾਰਿਆਂ ਦੇ ਵਿੱਚ ਹੈ, ਸਾਰਿਆਂ ਦੇ ਵਿੱਚ ਉਹਦਾ ਹੀ ਪ੍ਰਕਾਸ਼ ਹੈ। ਉਹਦੇ ਕਰਕੇ ਹੀ ਅਸੀਂ ਬੋਲ ਰਹੇ ਹਾਂ, ਉਹਦੇ ਤੋਂ ਅਸੀਂ ਵੱਖਰੇ ਨਹੀਂ ਹਾਂ, ਉਹਦਾ ਹੀ ਅੰਗ ਹਾਂ, ਅੰਸ਼ ਹਾਂ। ਜੇ ਉਹ ਸਮੁੰਦਰ ਹੈ ਤੇ ਅਸੀਂ ਉਹਦੇ ਹੀ ਬੁਲਬੁਲੇ ਔਰ ਲਹਿਰਾਂ ਹਾਂ। ਜੇ ਉਹ ਵਰਕਸ਼ ਹੈ ਤੇ ਅਸੀਂ ਉਹਦੀਆਂ ਟਹਿਣੀਆਂ ਔਰ ਪੱਤੇ ਹਾਂ। ਜੇ ਉਹ ਬ੍ਰਹਿਮੰਡ ਹੈ ਤਾਂ ਅਸੀਂ ਉਹਦੇ ਹੀ ਕਿਣਕੇ ਹਾਂ, ਉਹ ਤੋਂ ਵੱਖਰੇ ਨਹੀਂ ਹਾਂ। ਇਹ ਸ਼ਬਦ, ਇਹ ਬਚਨ ਗੁਰੂ ਨੇ ਸੁਣਾਇਆ ਹੈ। ਇਹ ਦਾਤ ਸਾਨੂੰ ਗੁਰੂ ਤੋਂ ਮਿਲੇਗੀ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈਗੁਣ ਸਿਰ ਧੰਦੇ ਲਾਇਆ। ਸਿਰ ਦਾ ਮਤਲਬ ਸਿਰਜ ਕੇ, ਧੰਦੇ ਲਾਇਆ ਦਾ ਮਤਲਬ ਪ੍ਰਭੂ ਨੇ ਸਾਰੀ ਜੋ ਸ੍ਰਿਸ਼ਟੀ ਸਿਰਜੀ ਹੈ, ਤੇ ਇਹਦੇ ਵਿੱਚ ਜਿਹੜੇ ਬ੍ਰਹਮਾ ਵਿਸ਼ਨੂੰ ਮਹੇਸ਼ ਆਦਿਕ ਮੰਨੇ ਗਏ ਨੇ, ਉਹ ਵੀ ਤ੍ਰੈਗੁਣਾਂ ਦੇ ਧੰਦੇ ਵਿੱਚ ਲੱਗੇ ਰਹੇ। ਤ੍ਰੈਗੁਣੀ ਧੰਦੇ, ਤ੍ਰੈਗੁਣੀ ਕੀ ਹੈ? ਤਿੰਨ ਗੁਣ ਮਾਇਆ ਦੇ ਮੰਨੇ ਨੇ, ਉਹਨਾਂ ਨੂੰ ਗੁਣ ਕਹਿ ਦਿੰਦੇ ਨੇ। ਹੈ ਬੇਸ਼ੱਕ ਉਹ ਔਗੁਣ ਨੇ, ਲੇਕਿਨ ਗੁਣ ਕਹਿ ਦਿੰਦੇ ਨੇ। ਤਿੰਨ ਗੁਣ ਮਾਇਆ ਦੇ, ਰਜਗੁਣ, ਤਮਗੁਣ ਔਰ ਸਤਗੁਣ। ਰਜਗੁਣ ਦਾ ਮਤਲਬ ਹੈ ਲਾਲਚ,
ਤੇ ਤਮਗੁਣ ਦਾ ਮਤਲਬ ਹੈ ਹਨੇਰੇ ਵਾਲੇ ਅਗਿਆਨ ਭਰੇ ਕਰਮ ਕਰਨੇ। ਤੇ ਸਤਗੁਣ ਦਾ ਮਤਲਬ ਇੱਥੇ ਹੈ ਤਿਆਗ, ਛੱਡ ਜਾਣਾ ਸਾਰਾ ਕੁਝ। ਇਸ ਦੁਨੀਆ ਵਿੱਚ ਤਿੰਨ ਤਰ੍ਹਾਂ ਦੇ ਲੋਕ ਨੇ। ਇੱਕ ਤੇ ਉਹਨੇ ਜੋ ਬਹੁਤ ਲਾਲਚੀ ਲੋਕ ਨੇ, ਲਾਲਚ ਦੇ ਅੰਦਰ ਆਪਣਾ 2 ਨੰਬਰ ਦੇ ਧੰਦੇ ਕਰ ਰਹੇ ਨੇ। ਦੂਜੇ ਕਿਸਮ ਦੇ ਲੋਕ ਨੇ ਅਗਿਆਨੀ ਨੇ, ਉਹ ਅਗਿਆਨਤਾ ਵਸ ਕਰਮ ਕਰੀ ਜਾ ਰਹੇ ਨੇ, ਅਵਰਤ ਨਰਾਤੇ ਵਗੈਰਾ ਵਗੈਰਾ, ਮੜੀਆਂ ਮੁੜੀਆਂ ਪੂਜਣੀਆਂ, ਇਹ ਸਾਰੇ ਅਗਿਆਨਤਾ ਵਾਲੇ ਕਰਮ ਨੇ। ਤੇ ਤੀਜੇ ਉਹਨੇ ਜੋ ਇਹਨਾਂ ਸਾਰਿਆਂ ਨੂੰ ਛੱਡ ਹੀ ਗਏ ਨੇ, ਜੰਗਲਾਂ ਵਿੱਚ ਚਲੇ ਗਏ, ਬਾਬੇ ਬਣ ਗਏ, ਪਿਛਲੀ ਸ੍ਰਿਸ਼ਟੀ ਨੂੰ ਛੱਡ ਦਿੱਤਾ। ਹੁਣ ਇਹ ਤਿੰਨੇ ਹੀ ਬੇਕਾਰ ਵਿਅਰਥ ਦੇ ਕੰਮ ਨੇ ਨਾ। ਛੱਡਿਆ ਵੀ ਦੁਨੀਆ ਨੂੰ ਕੰਮ ਨਹੀਂ ਚੱਲ ਸਕਦਾ, ਪਾਪ ਵਿਕਾਰ ਵੀ ਨਹੀਂ ਹੋਣੇ ਚਾਹੀਦੇ, ਔਰ ਅਗਿਆਨਤਾ ਭਰਾ ਕਰਮ ਵੀ ਨਹੀਂ ਹੋਣਾ ਚਾਹੀਦਾ। ਇੱਕ ਹੈ ਤੁਰਿਆ ਪਦ, ਚੌਥਾ ਪਦ। ਚੌਥੀ ਪਦ ਦਾ ਮਤਲਬ ਹੈਗਾ ਕਿ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਵਿਕਾਰਾਂ ਤੋਂ ਬਚ ਕੇ ਨਿਰਲੇਪ ਜ਼ਿੰਦਗੀ ਜੀਣੀ। ਨਾ ਤੇ ਪਾਪ ਕਮਾਣੇ ਨੇ, ਨਾ ਅਗਿਆਨਤਾ ਵਾਲੇ ਕਰਮ ਕਰਨੇ ਨੇ, ਨਾ ਸੰਸਾਰ ਨੂੰ ਛੱਡ ਕੇ ਜਾਣਾ ਹੈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ ਹੈ। ਇਹ ਹੈ ਚੌਥਾ ਪਦ। ਤਾਂ ਗੁਰੂ ਜੀ ਕਹਿੰਦੇ ਨੇ ਬ੍ਰਹਮਾ ਵਿਸ਼ਨ ਮਹੇਸ਼ ਤੇ ਹੋਰ ਜਿੰਨਾ ਵੀ ਸੰਸਾਰ ਹੈ, ਉਹ ਤ੍ਰੈਗੁਣੀ ਸੰਸਾਰ ਦੇ ਅੰਦਰ ਖਚਤ ਹੈ, ਧੰਦੇ ਲੱਗਾ ਹੋਇਆ ਹੈ। ਮਾਇਆ ਕਾ ਮੂਲ ਰਚਾਇਓ ਤੁਰਿਆ ਸੁਖ ਪਾਇਆ। ਤੇ ਇਹ ਜਿਹੜੇ ਤ੍ਰੈਗੁਣ ਨੇ, ਇਹ ਮਾਇਆ ਦਾ ਮੂਲ ਨੇ। ਸਾਡੀ ਸੋਚ ਜਿਹੜੀ ਹੈ, ਮਾਇਆ ਸੋਚ, ਸੈਲਫਿਸ਼ਨੈਸ ਜਿਹੜੀ ਸੋਚ ਸਾਡੇ ਅੰਦਰ ਪੈਦਾ ਕਰਦੀ ਹੈ, ਜੋ ਸਾਨੂੰ ਸਾਰਿਆਂ ਵਿੱਚ ਰੱਬ ਵਰਗਾ ਰੂਪ ਨਹੀਂ ਵੇਖਣ ਦਿੰਦੀ, ਜੋ ਸਾਡਾ ਬਿਹੇਵੀਅਰ ਚੰਗਾ ਨਹੀਂ ਹੋਣ ਦਿੰਦੀ, ਇਹ ਸਾਰੀ ਮਾਇਆ ਦਾ ਮੂਲ ਹੈ। ਇਹ ਸੋਚ ਜਿਹੜੀ ਹੈ, ਐਸੀ ਸੋਚ ਦਾ ਮੂਲ ਰਚ ਗਿਆ। ਤੁਰਿਆ ਸੁਖ ਪਾਇਆ, ਪਰ ਜਿਨ੍ਹਾਂ ਨੇ ਸੁਖ ਪਾਇਆ ਹੈ ਉਹਨਾਂ ਨੇ ਤੁਰਿਆ ਅਵਸਥਾ ਵਿੱਚ ਪਾਇਆ। ਤੁਰਿਆ ਦਾ ਮਤਲਬ ਇਹ ਨਹੀਂ ਕਿ ਸਮਾਧੀ ਲਾਣੀ, ਤੁਰਿਆ ਦਾ ਮਤਲਬ ਚੌਥੀ ਅਵਸਥਾ, ਇਹਨਾਂ ਤਿੰਨਾਂ ਤੋਂ ਅਲੱਗ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ। ਸੁਖ ਅਸਲੀ